गुरु रूप प्यारी साध संगत जीओ वाहिगुरू जी का खालसा वाहिगुरू जी की फतेह। अज अपने सिख कौम उस मोड़ ते आ गई है जिथे फरवरी विच ब्रिटिश गवर्नमेंट दी चिट्ठियां बारे पता लग्या कि इन्हां दा पूरा हत्थ सी दरबार साहिब दे हमले ते गां हुण असीं कित्थे जाना, की करना, किवें इहनूं अप्रोच करना। सारी जथेबंदियां सारे लीडर इकट्ठे होकर पार्लीमेंट विच मीटिंग करदे आ। ਉਹਦਾ ਸਿੱਟਾ ਇੱਕ ਹੀ ਨਿਕਲਦਾ ਕਿ ਅਸੀਂ ਤੁਹਾਨੂੰ ਕੁਛ ਨਹੀਂ ਦੇਣਾ, ਜੋ ਦੇਤਾ ਅੱਜ ਤੱਕ ਦੇਤਾ। ਜਿਹੜੀ ਇਨਕੁਆਇਰੀ ਛੋਟੀ ਜਿਹੀ ਕੀਤੀ ਹੈ ਅਸੀਂ ਉਹ ਦੇਤੀ ਆ, ਪਰ ਤੁਹਾਨੂੰ ਪੂਰੀ ਇਨਕੁਆਇਰੀ ਨਹੀਂ ਮਿਲਣੀ ਹੈਗੀ। ਕੇਸੀਦਾਰ ਵੱਲੋਂ ਸਾਡਾ ਇੱਕ ਮੁੱਦਾ ਸੀਗਾ ਕਿ ਅਸੀਂ ਚਾਹੁੰਦੇ ਸੀਗੇ ਕਿ ਇੰਟਰਨੈਸ਼ਨਲ ਪਾਰਲੀਮੈਂਟ ਜਿਹੜੀ ਇੰਟਰਨੈਸ਼ਨਲ ਯੂਨਾਈਟਿਡ ਨੇਸ਼ਨਸ ਲੈਡ ਇਨਕੁਆਇਰੀ ਹੋਵੇ। ਉਸ ਇਸ਼ੂ ਤੇ ਬ੍ਰਿਟਿਸ਼ ਗਵਰਨਮੈਂਟ ਚੁੱਪ ਦਾ ਮਤਲਬ ਕੀ ਹੈ ਕਿ ਹਰੇਕ ਡਾਕੂਮੈਂਟ ਵਿੱਚ ਚਿੱਠੀ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ, ਪਰ ਉਹਦਾ ਜਵਾਬ ਨਹੀਂ ਦਿੱਤਾ ਹੈਗਾ। ਸਾਨੂੰ ਪ੍ਰੈਸ਼ਰ ਪਾਉਣ ਦੀ ਲੋੜ ਆ। ਇੱਕ ਕਾਰਨ ਇਹ ਹੈ ਕਿ ਅਸੀਂ ਇੱਥੇ ਫੇਲ ਕਿਉਂ ਹੋ ਰਹੇ ਹਾਂ ਕਿ ਸਾਡੇ ਨੌਜਵਾਨ, ਸਾਡੀ ਕੌਮ ਪੋਲੀਟੀਕਲੀ ਇੰਗੇਜ ਨਹੀਂ ਹੈਗੀ। 1.5 ਸਾਲ ਪਹਿਲਾਂ ਸਿੱਖ ਕੌਂਸਲ ਯੂਕੇ ਨੇ ਇਹ ਮੁੱਦਾ ਉਠਾਇਆ ਸੀ ਕਿ ਸਾਡੇ ਬੱਚਿਆਂ ਨੂੰ ਅਤੇ ਨੌਜਵਾਨਾਂ ਨੂੰ ਲੋਕਲ ਇਲੈਕਸ਼ਨਸ ਵਿੱਚ, MP ਦੀ ਇਲੈਕਸ਼ਨਸ ਵਿੱਚ ਅਤੇ MEP ਇਲੈਕਸ਼ਨਸ ਵਿੱਚ ਵੀ ਖੜ੍ਹੇ ਕਰੋ। ਆਪਣੀ ਆਵਾਜ਼ ਨੂੰ ਬੁਲੰਦ ਕਰੋ ਕਿ ਤੁਸੀਂ ਜੇ ਕੋਈ ਮੁੱਦਾ ਉਠਾਉਣਾ ਤੁਹਾਨੂੰ ਆਪ ਹੀ ਉਠਾਉਣਾ ਪੈਣਾ, ਕਿਸੇ ਨੇ ਹੋਰ ਨਹੀਂ ਉਠਾਉਣਾ। ਇੱਕ ਜਿਹੜਾ ਪੈਟਰਨ ਹੁਣ ਨਿਕਲਿਆ ਪਿਛਲੇ 4-5 ਮਹੀਨਿਆਂ ਦੇ ਵਿੱਚ, ਉਹ ਇੱਕ ਇਹ ਆ ਕਿ ਸਾਡੇ ਸਿੱਖ ਪਾਰਲੀਮੈਂਟ ਦੇ ਪਾਰਟੀਆਂ ਦੇ ਵਿੱਚ ਮੈਂਬਰ ਹੈਗੇ ਨੇ, ਪਰ ਕਿਉਂਕਿ ਉਹ ਪਾਰਟੀਆਂ ਦੀ ਪਾਲਿਸੀ ਹੈ ਨਹੀਂ ਆਪਣੀ ਆਵਾਜ਼ ਬੁਲੰਦ ਕਰਨ ਨੂੰ, ਉਹ ਗੱਲ ਕੋਈ ਨਿਚੋੜ ਨਹੀਂ ਨਿਕਲਿਆ। ਉਹਦਾ ਕਾਰਨ ਇਹੀ ਹੈ ਕਿ ਉਹ ਪਾਲਿਸੀ ਹਰੇਕ ਪਾਰਟੀ ਦੀ ਆਪਦੀ ਹੁੰਦੀ ਆ। ਅੱਜ KC ਲਹਿਰ ਵੱਲੋਂ ਅਸੀਂ ਕੈਂਪੇਨ ਸ਼ੁਰੂ ਕੀਤੀ ਆ ਜਿਹਦੇ ਵਿੱਚ 8 ਨੁਮਾਇੰਦੇ ਖੜੇ ਹੋਣਗੇ ਅੰਡਰ ਦ ਬੈਨਰ ਕਿ ਨੈਸ਼ਨਲ ਲਿਬਰਲ ਪਾਰਟੀ। ਹੁਣ ਕਈ ਲੋਕੀ ਕਹਿੰਦੇ ਨੇ ਵੀ ਨਵੀਂ ਪਾਰਟੀ ਕਿਉਂ ਖੜੀ ਕੀਤੀ, ਕਿਉਂ ਕੀਤਾ? ਜਿੰਨਾ ਚਿਰ ਤੁਹਾਡੀ ਆਵਾਜ਼ ਤੁਸੀਂ ਆਪ ਹੀ ਨਹੀਂ ਉਠਾਉਂਦੇ ਤੁਹਾਨੂੰ ਕਿਸ ਨੇ ਸੁਣਨਾ ਨਹੀਂ ਹੈਗਾ। ਬਾਹਰੋਂ ਦਰਵਾਜ਼ੇ ਜਿੰਨੇ ਮਰਜ਼ੀ ਖੜਕਾ ਲਓ, ਜਿੰਨਾ ਚਿਰ ਤੁਸੀਂ ਅੰਦਰੋਂ ਆਵਾਜ਼ ਨਹੀਂ ਉਠਾਉਂਦੇ ਹੈਗੇ ਅਤੇ ਅੰਦਰੋਂ ਲੌਬਿੰਗ ਨਹੀਂ ਕਰਦੇ ਹੈਗੇ, ਤੁਹਾਨੂੰ ਕਾਮਯਾਬੀ ਨਹੀਂ ਮਿਲਣੀ। ਸੋ ਆਪਾਂ ਗਾਂਹ ਤੁਰਦੇ ਹਾਂ। 8 ਗੈਸਟ ਆਏ ਹੋਏ ਨੇ। 3 ਤਾਂ ਆਪਣੇ ਨੁਮਾਇੰਦੇ ਹੈਗੇ ਜਿਹੜੇ ਇਲੈਕਸ਼ਨ ਵਿੱਚ ਖੜੇ ਨੇ। ਇੱਕ ਆਪਣੇ ਗ੍ਰੈਮ ਵਿਲੀਅਮਸਨ ਆ, ਉਹ ਕੈਂਡੀਡੇਟ ਖੜਾ ਆ ਪਾਰਟੀ ਦੇ ਨਾਲ। ਇੱਕ ਆਪਣੇ ਜਗਦੀਸ਼ ਸਿੰਘ ਨੇ, ਦਾਸ ਉਪਕਾਰ ਸਿੰਘ, ਨਾਲ ਗੁਰਪ੍ਰੀਤ ਸਿੰਘ ਆਏ ਹੋਏ ਆ ਜਿਹੜੇ ਕਿ ਸਾਰੀ ਸਿੱਖ ਪੰਥ ਜਾਣਦਾ ਹੀ ਕੌਣ ਨੇ ਸਾਊਥ ਹਾਲ ਤੋਂ। ਸਿਮਰਜੀਤ ਕੌਰ, ਇਹ ਆਪਣੇ KC ਲਹਿਰ ਦੀ ਅਤੇ ਸਿੱਖ ਕੌਮ ਦੀ ਵੀ ਐਕਟਿਵਿਸਟ ਹੈਗੀ ਆ, ਇਹ ਵੀ ਨਾਲ ਮੋਢੇ ਨਾਲ ਮੋਢਾ ਲਾ ਕੇ ਸੇਵਾ ਕਰਾ ਰਹੀ ਆ। ਕੋਵੈਂਟਰੀ ਤੋਂ ਮਲਕੀਤ ਸਿੰਘ ਬਾਲ ਆਏ ਹੋਏ ਆ। ਆਪਣੇ ਜਰਨੈਲ ਸਿੰਘ ਕੋਵੈਂਟਰੀ ਤੋਂ ਆਏ ਹੋਏ ਨੇ। ਦੁਮਨ ਸਿੰਘ ਆਏ ਹੋਏ ਆ ਅਤੇ ਆਪਣੇ ਗੁਰਮੇਜ ਸਿੰਘ ਸੌਰੀ। ਹੁਣ ਮੇਰਾ ਸਵਾਲ ਪਹਿਲਾਂ ਇਹ ਹੈਗਾ ਕਿ 8 ਨੁਮਾਇੰਦੇ ਜਿਹੜੇ ਖੜੇ ਕੀਤੇ ਆ, ਇਹ ਕਿਵੇਂ ਖੜੇ ਕੀਤੇ? ਇਹ ਪਹਿਲਾ ਸਵਾਲ ਜਗਦੀਸ਼ ਸਿੰਘ ਨੂੰ ਜਾਏਗਾ। ਜਗਦੀਸ਼ ਸਿੰਘ, ਤੁਸੀਂ ਸਮਝਾਓ ਸਾਨੂੰ ਵੀ ਇਹ 8 ਕੈਂਡੀਡੇਟ ਕਿੱਦਾਂ ਚੁਣੇ ਗਏ, ਕੀ ਪ੍ਰੋਸੈਸ ਸੀਗਾ? ਹਾਂਜੀ, ਥੈਂਕ ਯੂ। ਅੱਛਾ, ਇਹ ਜਿਵੇਂ ਭਾਈ ਅਵਤਾਰ ਸਿੰਘ ਜੀ ਨੇ ਦੱਸਿਆ, 8 ਕੈਂਡੀਡੇਟ ਨੈਸ਼ਨਲ ਲਿਬਰਲ ਪਾਰਟੀ ਵੱਲੋਂ 8 ਕੈਂਡੀਡੇਟ ਚੁਣੇ ਗਏ ਆ। ਉਹ ਲੰਡਨ ਦੀ ਯੂਰਪੀਅਨ ਪਾਰਲੀਮੈਂਟ ਦੀ 22 ਮਈ ਨੂੰ 2014 ਨੂੰ ਇਲੈਕਸ਼ਨ ਲੜ ਰਹੇ ਨੇ। 22 ਮਈ 2014 ਨੂੰ ਵੋਟ ਪਾਈ ਜਾਏਗੀ। ਅੱਛਾ, ਇਹ 8 ਕੈਂਡੀਡੇਟ ਕਿਵੇਂ ਚੁਣੇ ਗਏ, ਕਿਉਂ ਚੁਣੇ ਗਏ? ਇਹ 8 ਕੈਂਡੀਡੇਟ ਤੁਸੀਂ ਜਿਵੇਂ ਵੇਖ ਸਕਦੇ ਹੋ, ਇਹ ਵੱਖੋ ਵੱਖ ਕੌਮਾਂ ਦੇ ਆ। ਕਰਡਿਸ਼, ਕਸ਼ਮੀਰੀ, ਸਿੱਖ, ਨੌਰਥ ਬੋਨੀਓ, ਅਜ਼ੇਰੀ ਤੇ ਹੋਰ ਵਗੈਰਾ। ਇਹ ਸਾਰੇ ਕੈਂਡੀਡੇਟ ਸਰਗਰਮ ਵਿਅਕਤੀ ਨੇ। ਇਹ ਆਪੋ ਆਪਣੀ ਕੌਮਾਂ ਦੀਆਂ ਸੰਘਰਸ਼ਾਂ ਦੇ ਵਿੱਚ, ਆਜ਼ਾਦੀ ਦੇ ਸੰਘਰਸ਼, ਖੁਦਮੁਖਤਿਆਰੀ ਦੇ ਸੰਘਰਸ਼, ਮਨੁੱਖੀ ਹੱਕਾਂ ਦੇ ਸੰਘਰਸ਼, ਉਹ ਸਾਰਾ ਰਲਿਆ ਮਿਲਿਆ, ਤਾਮਿਲਾਂ ਦੇ ਸੰਘਰਸ਼, ਸਿੱਖਾਂ ਦਾ ਸੰਘਰਸ਼, ਉਹਨਾਂ ਵਿੱਚੋਂ ਚੁਣੇ ਹੋਏ ਆਪ ਜਿਹੜੇ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਵਿੱਚ ਸ਼ਾਮਲ ਨੇ, ਉਹ ਵਿਅਕਤੀ ਮੋਹਰੇ ਆਏ ਨੇ। ਇਹ ਕੋਈ ਐਸਾ ਕੋਈ ਢੰਗ ਤਰੀਕਾ ਨਹੀਂ ਅਸੀਂ ਵਰਤਿਆ ਜਿਵੇਂ ਕਿ ਆਮ ਪਾਰਟੀਆਂ ਵਰਤਦੀਆਂ ਕਿ ਜੇ ਤੁਹਾਨੂੰ ਕਈ ਸਾਰੀਆਂ ਮੀਟਿੰਗਾਂ ਤੋਂ ਬਾਅਦ ਤੁਹਾਨੂੰ ਚੁਣਿਆ ਜਾਊਗਾ। ਨਹੀਂ, ਇਹ ਉਮੀਦਵਾਰ ਆਪ ਸਾਡੇ ਮੋਹਰੇ ਆਏ ਨੇ, ਸਾਡੇ ਵਿੱਚ ਸ਼ਾਮਲ ਸੀ। ਕਈ ਸਾਲਾਂ ਤੋਂ ਇਹਨਾਂ ਨਾਲ ਕੰਮ ਕਰਦੇ ਆ ਰਹੇ ਹਾਂ। ਇਹ 8 ਉਮੀਦਵਾਰ ਜਿਹੜੇ ਪ੍ਰਮੁੱਖ ਆਪਣੀ ਕਮਿਊਨਿਟੀਆਂ ਦੇ ਵਿੱਚ ਸਰਗਰਮ ਨੇ, ਉਹ ਮੋਹਰੇ ਆਏ ਆ, ਉਹਨਾਂ ਨੂੰ ਚੁਣਿਆ ਗਿਆ। ਇਹ 8 ਮੈਂਬਰਾਂ ਦੀ ਸਾਡੀ ਟੀਮ ਹੈ। ਅੱਛਾ, ਮੈਂ ਜਿਹੜਾ ਗਾਹ ਸਵਾਲ ਤੁਹਾਨੂੰ ਪੁੱਛਣਾ ਸੀਗਾ, ਤੁਸੀਂ ਵੈਸੇ ਜਵਾਬ ਤਾਂ ਬਹੁਤ ਸੋਹਣਾ ਦਿੱਤਾ। 8 ਨੁਮਾਇੰਦੇ ਜਿਹੜੇ ਚੁਣੇ ਗਏ ਆ ਮੇਰੇ ਖਿਆਲ 'ਚ, ਉਹ 25-30 ਨੁਮਾਇੰਦੇ ਵਿੱਚੋਂ ਤੁਸੀਂ ਆਪਾਂ ਚੂਜ਼ ਕੀਤੇ ਨੇ। ਇਹ ਇੱਕ ਇਲੈਕਟਿਵ ਪ੍ਰੋਸੈਸ ਸੀਗਾ, ਇਹ ਨਹੀਂ ਅਸੀਂ ਆਪ ਹੀ ਖੜੇ ਹੋ ਗਏ। ਕਿਉਂਕਿ ਜਿਹੜੇ ਬੰਦੇ ਨੇ ਕੰਮ ਕੀਤਾ ਹੁੰਦਾ, ਫੋਰ ਐਗਜ਼ਾਮਪਲ ਜਗਦੀਸ਼ ਸਿੰਘ, ਤੁਸੀਂ 2004 ਵਿੱਚ ਜਿਹੜੀ ਸਿੱਖ ਪੰਥਕ ਤੌਰ ਤੇ ਤੁਸੀਂ ਵੀ ਯੂਰਪੀਅਨ ਪਾਰਲੀਮੈਂਟ ਵਿੱਚ ਕੀਤਾ ਸੀਗਾ, ਤੁਸੀਂ ਉਹਦੇ ਬਾਰੇ ਸ਼ੇਅਰ ਕਰੋ ਸੰਗਤ ਨਾਲ ਵੀ ਤੁਸੀਂ ਕੀ ਕੀਤਾ ਸੀ ਉਦੋਂ। ਅੱਛਾ, ਹੁਣ ਸੰਗਤ ਨੂੰ ਪਤਾ ਕਿ ਮਹਾਰਾਜ ਦੀ ਕਿਰਪਾ ਨਾਲ ਸਾਰੇ ਅਸੀਂ ਰਲ ਮਿਲ ਕੇ KC ਲਹਿਰ ਵੱਲੋਂ 1984 ਜੈਨੋਸਾਈਡ ਕੋalition ਵੱਲੋਂ ਇਸੇ ਸਾਲ ਜਨਵਰੀ ਦੇ ਵਿੱਚ
12 ਜਨਵਰੀ ਨੂੰ ਅਸੀਂ ਕੁਝ ਖਾਸ ਐਸੇ ਗੁਪਤ ਡਾਕੂਮੈਂਟਸ ਦਾ ਖੁਲਾਸਾ ਕੀਤਾ ਜਿਹੜੇ ਕਿ ਇੱਥੇ ਦੀ ਗਵਰਨਮੈਂਟ ਹਿਲ ਗਈ ਉਹਦੇ ਪ੍ਰਤੀ 84 ਦੇ ਸੰਬੰਧੀ ਸਾਰੀ ਦੁਨੀਆ ਦਾ ਮੀਡੀਆ ਹਿਲ ਗਿਆ। ਉਹ ਖੁਲਾਸਾ ਅਸੀਂ ਕੀਤਾ, ਰਲ ਮਿਲ ਕੇ ਕੀਤਾ। ਪਿੱਛੇ ਚਲੇ ਜਾਓ 2004 ਦੇ ਵਿੱਚ 10 ਸਾਲ ਪਹਿਲਾਂ ਯੂਰਪੀਅਨ ਪਾਰਲੀਮੈਂਟ ਵਿੱਚ ਇੱਕ ਐਸਾ ਇਤਿਹਾਸਕ ਮਤਾ ਰੱਖਾਇਆ ਕਿ ਇੰਟਰਨੈਸ਼ਨਲ ਯੂਨਾਈਟਿਡ ਨੇਸ਼ਨਸ ਵੱਲੋਂ ਇੰਟਰਨੈਸ਼ਨਲ ਇਨਕੁਆਇਰੀ ਹੋਵੇ 1984 ਪ੍ਰਤੀ। ਉਹ ਮਤੇ ਨੇ ਇੰਡੀਅਨ ਗਵਰਨਮੈਂਟ ਨੂੰ ਹਿਲਾ ਦਿੱਤਾ ਸੀ। ਉਸ ਮੌਕੇ ਦਾ ਇੰਡੀਅਨ ਗਵਰਨਮੈਂਟ ਦਾ ਫੋਰਨ ਸੈਕਟਰੀ ਉਹਨੇ ਬੜਾ ਘਰੇਲੂ ਜਵਾਬ ਵੀ ਦਿੱਤਾ, ਬੜਾ ਧਮਕੀ ਵਾਲਾ ਜਵਾਬ ਵੀ ਦਿੱਤਾ ਯੂਰਪੀਅਨ ਪਾਰਲੀਮੈਂਟ ਨੂੰ। ਹੋਰ ਕਿਵੇਂ ਜਿੱਥੇ ਜਿੱਥੇ ਪਿੱਛੇ ਜਾਈ ਜਾਓ, ਅਸੀਂ ਕੁਝ ਸਾਲ ਪਹਿਲਾਂ 2009 ਦੇ ਵਿੱਚ ਬੰਦਾ ਸਿੰਘ ਜੀ ਬਹਾਦਰ ਦੀ ਮਹਾਨ ਬਰਸੀ ਤੇ ਸਕਾਟਿਸ਼ ਪਾਰਲੀਮੈਂਟ ਵਿੱਚ ਉਹਨੂੰ ਮਾਨਤਾ ਦਵਾਈ ਕਿ ਬੰਦਾ ਸਿੰਘ ਜੀ ਬਹਾਦਰ ਜਿਹੜਾ ਤੁਹਾਡਾ ਪਹਿਲਾ ਆਜ਼ਾਦ ਖੁਦਮੁਖਤਿਆਰ ਦੇਸ਼ ਸਥਾਪਿਤ ਕੀਤਾ ਹੈ, ਇੰਨਾ ਬਹਾਦਰ ਵਿਅਕਤੀ ਇਤਿਹਾਸ ਦਾ, ਉਹ ਸਾਡੇ ਸਕਾਟਲੈਂਡ ਦਾ ਨੈਸ਼ਨਲ ਹੀਰੋ ਵਿਲੀਅਮ ਵਾਲਿਸ ਦੇ ਉਹਨੂੰ ਬਰਾਬਰਤਾ ਦਿੱਤੀ ਗਈ ਸਕਾਟਿਸ਼ ਪਾਰਲੀਮੈਂਟ ਵਿੱਚ। ਉਹ ਵੀ ਇੱਕ ਮਤਾ ਪਾਸ ਹੋਇਆ। ਮਤਲਬ ਇਸ ਪ੍ਰਕਾਰ ਦੇ ਕੰਮ ਅਸੀਂ ਸਾਰੇ ਰਲ ਮਿਲ ਕੇ ਕਰੀ ਜਾ ਰਹੇ ਹਾਂ, ਸਮੇਂ ਨਾਲ ਕਰੀ ਜਾ ਰਹੇ ਹਾਂ। ਹੁਣ ਵੀ ਤੁਹਾਡੇ ਅੱਗੇ ਪੇਸ਼ ਹੈ ਔਰ ਗਾਂ ਵੀ ਕਰੀ ਜਾਣੇ ਆ। Graham Williamson, I've got a question. Jagdish has just outlined some of the work that's been done by the activists. Yes. Nations without states. Give a bit of a background, because obviously I know National Labour Party came out of, and the KC that came out of all the work that's been done. Where did Nations Without States start? How did it come about? Basically, it came about because a number of us had been working as human rights activists in different causes. My own background was mainly through the Tamil cause. Jagdish, obviously, through obviously Punjab and Sikh issues. And another gentleman who I knew from the Tamil cause, who was also a candidate in this election, Sokalingam Yogalingam. We came together and said, well, we need, everybody's cause is very similar. Everybody's suffering the same. And our oppressors are treating the oppressed the same. Why should we not be working together? The oppressor states work together to suppress people. Why can we not do that? So we decided with other people, other activists, human rights activists, to form a pressure group called Nations Without States. And it is, as it says, it's for nations, national peoples who at the moment do not have a state. And because they don't have a state, they need to work together to make it clear what their demand is. And that's how it was formed. And just to remind the congregation, the public watching the program, Nations Without States was the collective organizations coming together to raise their voice. And the first time publicly, it was done in Gurdwara Singh Sabha, London East, in East London. We had a conference in a Gurdwara to bring all these communities together in 2011, I believe. So moving on from that, Casey, the work that's been done by all the activists, we know exactly what ki hoya. Janna Singh, मैं तो एक सवाल पूछना सीगा कि ਜਿਹੜਾ ਕੇਸੀ ਲਹਿਰ ਦਾ ਜਿਹੜਾ 118 ਸਿਗਨੇਚਰ ਹੋਏ ਸੀ ਤੇ ਤੁਸੀਂ ਉਹਦੇ ਚ ਸੇਵਾ ਪਾਈ ਸੀ, ਕਾਫੀ ਇੱਥੇ ਕਮਿਊਨਿਟੀ ਦੀ ਸੇਵਾ ਪਾਈ ਸੀਗੀ, ਉੱਥੋਂ ਲੈ ਕੇ ਅੱਜ ਤੱਕ ਜਿਹੜਾ ਹੁਣ ਅਸੀਂ ਅਗਲਾ ਕੈਂਪੇਨ ਸ਼ੁਰੂ ਕੀਤਾ, ਇਹ ਤੇ ਤੁਹਾਡੀ ਵਿਚਾਰ ਕੀ ਹੈ? ਕੇਸਰੀ ਲਹਿਰ ਸੀ ਹਿਊਮਨ ਰਾਈਟਸ ਵਾਸਤੇ, ਕਿਉਂਕਿ ਜਿਹੜਾ ਪਰਮਾਤਮਾ ਉਹ ਹਰ ਜੀਵ ਨੂੰ ਜਾਨ ਦਿੰਦਾ, ਕੋਈ ਵੀ ਹੋਰ ਇਨਸਾਨ ਉਸ ਦੀ ਜਾਨ ਨਹੀਂ ਲੈ ਸਕਦਾ। ਉਹ ਫਾਈਟ ਅਸੀਂ ਕੇਸਰੀ ਲਹਿਰ ਤੋਂ ਸ਼ੁਰੂ ਕੀਤੀ ਸੀਗੀ, ਜਿਹੜਾ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੇ ਵਾਸਤੇ, ਕਿਉਂਕਿ ਉਹ ਇਨੋਸੈਂਟ ਸੀ, ਸਾਰੀ ਦੁਨੀਆ ਜਾਣਦੀ ਸੀ ਉਹ ਇਨੋਸੈਂਟ ਹੈ। ਉਸ ਨੂੰ ਅਨਜਸਟ ਨੂੰ ਜਸਟਿਸ 'ਚ ਲਿਆਉਣ ਵਾਸਤੇ ਅਸੀਂ ਇਹ ਸਾਈਨ ਕਰਾਏ, ਔਰ ਥਰੂ ਆਊਟ ਟਾਈਮ ਅਸੀਂ ਪਟੀਸ਼ਨ ਕਰਦੇ ਰਹੇ, ਡਾਊਨਿੰਗ ਸਟਰੀਟ 'ਤੇ ਬੈਠਦੇ ਰਹੇ, ਕੁਐਂਟਰੀ ਤੋਂ ਅਸੀਂ ਲਗਾਤਾਰ ਜਾਂਦੇ ਰਹੇ ਹਾਂ। ਅਸੀਂ ਆਪਣਾ ਮਿਸ਼ਨ ਛੱਡਿਆ ਨਹੀਂ ਜਿੰਨਾ ਚਿਰ ਭੁੱਲਰ ਸਾਹਿਬ ਦੀ ਜਿਹੜੀ ਫਾਂਸੀ ਦੀ ਸਜ਼ਾ ਬਦਲ ਨਹੀਂ ਦਿੱਤੀ ਗਈ। ਅਸੀਂ ਜਿਹੜਾ ਸਟੈਪ ਲਿਆ ਸੀਗਾ ਉਸ ਨੂੰ ਪਰਮਾਤਮਾ ਦੀ ਓਟ ਨਾਲ ਨਿਭਾਇਆ, ਉਹਦਾ ਪਰਮਾਤਮਾ ਦਾ ਸ਼ੁਕਰ ਹੈ। ਅੱਜ ਤੁਹਾਨੂੰ ਆਪਾਂ ਨੂੰ ਪਤਾ ਹੀ ਹੈ ਵੀ ਹੁਣ ਭਾਈ ਭੁੱਲਰ ਸਾਹਿਬ ਦੀ ਜਿਹੜੀ ਡੈਥ ਪੈਨਲਟੀ ਉਹਨਾਂ ਨੂੰ ਡਾਊਨਗ੍ਰੇਡ ਕਰਕੇ ਉਹਨਾਂ ਦੀ ਲਾਈਫ ਇੰਪ੍ਰਿਜ਼ਨਮੈਂਟ ਖਾਤੀ ਆ, ਪਰ ਆਪਣੀ ਲੜਾਈ ਜਾਰੀ ਰਹਿਣੀ, ਕਿਉਂਕਿ ਇਹ ਤਾਂ ਹਲੇ ਸ਼ੁਰੂਆਤ ਆ, ਉਹਨਾਂ ਨੂੰ ਪੂਰੀ ਆਜ਼ਾਦੀ ਦਿਵਾਉਣੀ ਆਪਾਂ। ਤੇ ਇੱਕ ਮਕਸਦ ਜਿਹੜਾ ਆਪਣੀ ਨੈਸ਼ਨਲ ਲੇਬਰ ਪਾਰਟੀ ਦੇ ਕੈਂਪੇਨ ਸ਼ੁਰੂ ਕਰਨ ਦਾ ਤੇ ਆਪਣੇ ਸਿੱਖ ਕੌਮ ਨੂੰ ਜਾਗਰਤ ਕਰਨ ਦਾ ਮਤਲਬ ਇਹ ਸੀਗਾ ਕਿ ਅਸੀਂ ਇਹ ਲੜਾਈ ਨੂੰ ਇੱਥੋਂ ਪਾਰਲੀਮੈਂਟ ਤੱਕ ਲੈ ਕੇ ਜਾਈਏ, ਯੂਰਪੀਅਨ ਪਾਰਲੀਮੈਂਟ ਲੈ ਕੇ ਜਾਈਏ ਤੇ ਉੱਥੇ ਤੱਕ ਆਪਣੀ ਆਵਾਜ਼ ਪਹੁੰਚੇ। ਹੁਣ ਇੰਡੀਆ ਵਿੱਚ ਕੇਜਰੀਵਾਲ ਸਾਹਿਬ ਨੇ ਵੀ ਉੱਥੇ ਆਵਾਜ਼ ਕਾਫੀ ਬੁਲੰਦ ਕੀਤੀ ਹੈ 85 ਦੇ ਆਪਣੇ ਕਤਲੇਆਮ ਦੀ,
ਤੇ ਮੈਂ ਮਲਕੀਤ ਸਿੰਘ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਉੱਥੇ ਦੀ ਜਿਹੜੀ ਕੇਜਰੀਵਾਲ ਦੀ ਜਿਹੜੀ ਮੂਵਮੈਂਟ ਹੈਗੀ ਆ ਤੇ ਆਪਣੀ ਨੈਸ਼ਨਲ ਲੇਬਰ ਪਾਰਟੀ ਜਿਹੜੀ ਅਸੀਂ ਇੱਥੋਂ ਖੜੀ ਕੀਤੀ ਆ ਇੱਕ ਪੋਲੀਟੀਕਲ ਫਰੰਟ ਤੇ, ਵੀ ਇਹਦਾ ਕੋਈ ਤੁਹਾਨੂੰ ਮੇਲ ਦਿੰਦਾ ਕਿ ਆਪਾਂ ਨੂੰ ਕੋਈ ਫਾਇਦਾ ਹੈ ਇਹਦੇ 'ਚ ਜੋ ਆਪਾਂ ਕਰ ਰਹੇ ਹਾਂ? ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਅੱਧੀ ਗੱਲ ਜਿਹੜੀ ਕੇਸਰੀ ਲਹਿਰ ਬਾਰੇ ਕਰਾਂਗਾ, ਕਿਉਂਕਿ ਕੇਸਰੀ ਲਹਿਰ ਜਦੋਂ ਸ਼ੁਰੂ ਹੋਈ ਸੀਗੀ, ਇਹ ਜੋ ਸਿੱਖ ਕੌਮ ਦੇ ਉੱਤੇ ਹੋ ਰਿਹਾ ਅਤਿਆਚਾਰ, ਉਹਦੇ ਬੇਇਨਸਾਫੀ ਹੋ ਰਹੀ, ਉਹਦਾ ਜਵਾਬ ਦੇਣ ਲਈ ਇੱਕ ਮੂਵਮੈਂਟ ਸ਼ੁਰੂ ਕੀਤੀ ਗਈ ਸੀਗੀ। ਬੜੇ ਸਕਸੈਸਫੁਲ ਰਹੀ ਜੀ। ਪਰ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੀ ਫਾਂਸੀ ਬਦਲ ਕੇ ਉਮਰ ਕੈਦ ਵਿੱਚ ਕਰ ਦਿੱਤਾ ਗਿਆ। ਇਹ ਛੋਟੀ ਜੀ ਸਫਲਤਾ ਮਿਲੀ ਸਾਨੂੰ। ਅਜੇ ਹੋਰ ਹਜ਼ਾਰਾਂ, ਸੈਂਕੜੇ, ਲੱਖਾਂ, ਆਪਣੇ ਹਜ਼ਾਰਾਂ ਆਪਣੇ ਜਿਹੜੇ ਸਿੱਖ ਪ੍ਰਿਜ਼ਨਰ ਜੇਲ੍ਹਾਂ ਵਿੱਚ ਬੰਦ ਨੇ, ਅਸੀਂ ਉਹਨਾਂ ਦੀ ਰਿਹਾਈ ਲਈ ਜਦੋਜਹਿਦ ਜਾਰੀ ਰੱਖਣੀ ਆ। ਉਸ ਤੋਂ ਬਾਅਦ ਜਿਹੜਾ ਤੁਸੀਂ ਸਵਾਲ ਕੀਤਾ ਕੇਜਰੀਵਾਲ ਸਾਹਿਬ ਦਾ, ਤੇ ਤੁਹਾਡੀ ਜਿਹੜੀ ਇਹ ਇਲੈਕਸ਼ਨ ਦੇ ਵਿੱਚ ਤੁਸੀਂ MEP ਲਈ ਖੜੇ ਹੋਏ ਹੋ ਜਾਂ ਆਪਣੀ ਨੈਸ਼ਨਲ ਲਿਬਰਲ ਪਾਰਟੀ ਬਾਰੇ, ਇਹਨਾਂ ਦੇ ਮੁੱਦੇ ਜਿਹੜੇ ਤਕਰੀਬਨ ਸੇਮ ਹੀ ਨੇ ਜੀ। ਆਮ ਆਦਮੀ ਪਾਰਟੀ, ਜਿਨ੍ਹਾਂ ਨੂੰ ਕਿ ਜਿਹੜੀ ਮੇਨ ਸਟ੍ਰੀਮ ਪੋਲੀਟਿਕਸ ਵਾਲੇ ਆ, ਕੋਈ ਉਹਨਾਂ ਦੀ ਵੁਕਤ ਨਹੀਂ, ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ, ਉਹਨਾਂ ਦੀ ਆਵਾਜ਼ ਸੁਣ ਲਈ ਕੇਜਰੀਵਾਲ ਸਾਹਿਬ ਨੇ ਵੀ ਆਪਣੇ ਖੜੇ ਸਟੈਂਡ ਲਿਆ। ਤੇ ਤੁਸੀਂ ਇੱਥੋਂ ਸਾਰੇ 8 ਜਾਣੇ ਲੰਡਨ ਦੇ ਵਿੱਚੋਂ MEP ਲਈ ਖੜੇ ਹੋ ਕੇ ਉਹ ਕੰਮ ਕਰ ਰਹੇ ਹੋ ਜਿਹੜੇ ਲੋਕਾਂ ਦੀ ਆਵਾਜ਼ ਨੂੰ ਕਿਸੇ ਬੰਨੇ ਵੀ ਕੋਈ ਮਿਲਦਾ ਨਹੀਂ ਸੀਗਾ ਹੰਗਾਰਾ, ਉਸ ਨੂੰ ਤੁਸੀਂ ਉੱਥੇ ਪਹੁੰਚਾਉਣ ਲਈ ਇੱਕ ਯਤਨ ਕਰ ਰਹੇ ਹੋ। ਤੇ ਸਾਡੀ ਸਾਰਿਆਂ ਭਰਾਵਾਂ ਨੂੰ, ਸਾਰਿਆਂ ਲੰਡਨ ਦੇ ਵਿੱਚ, ਖਾਸ ਕਰਕੇ ਤੁਸੀਂ ਲੰਡਨ ਦੇ ਵਿੱਚ ਖੜੇ ਹੋ, ਸਾਡੀ ਸਾਰੇ ਵੀਰ ਭੈਣਾਂ ਭਰਾਵਾਂ, ਮਾਤਾਵਾਂ ਨੂੰ, ਸਾਰਿਆਂ ਬੱਚਿਆਂ ਨੂੰ ਇਹ ਬੇਨਤੀ ਆ ਕਿ ਵੱਧ ਤੋਂ ਵੱਧ ਹੁਮ ਹਮਾ ਕੇ ਜਾ ਕੇ ਆਪਣੀ ਜਿੱਦਣ ਇਹ ਇਲੈਕਸ਼ਨ ਹੋਣੀ ਆ, ਆਪਣੇ ਵੋਟ ਇਹਨਾਂ ਨੈਸ਼ਨਲ ਲਿਬਰਲ ਪਾਰਟੀ ਦੇ ਕੈਂਡੀਡੇਟਾਂ ਨੂੰ ਪਾਓ ਜੀ। ਹਾਂਜੀ, ਤੇ ਬਸ ਇੰਨੀ ਗੱਲ ਮੈਂ ਕਹਿਣੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ MEP ਇਲੈਕਸ਼ਨ ਹੈਗੀ ਹੈ, ਇਹ ਇੱਕ ਸਿਸਟਮ ਇਹਦਾ ਥੋੜਾ ਵੱਖਰਾ ਹੈਗਾ ਬਾਕੀ ਸਿਸਟਮ ਨਾਲੋਂ, ਕਿ ਜਿੱਥੇ ਆਪਾਂ ਇੱਕ ਲੀਡਰ ਨੂੰ ਵੋਟ ਪਾਉਂਦੇ ਆ, MEP ਇਲੈਕਸ਼ਨ ਯੂਰਪੀਅਨ ਸਿਸਟਮ ਹੈਗਾ ਆ, ਜਿਹਦੇ ਵਿੱਚ ਇੱਕ ਪਾਰਟੀ ਨੂੰ ਵੋਟ ਪਾਈ ਜਾਂਦੀ ਆ, ਜਿਸ ਕਰਕੇ ਨੈਸ਼ਨਲ ਲਿਬਰਲ ਪਾਰਟੀ ਹਾਈਫਨ ਸੈਲਫ ਡਿਟਰਮੀਨੇਸ਼ਨ ਫॉर ਆਲ, ਸਾਰੀ ਮਨੁੱਖੀ ਹੱਕਾਂ ਦੀ ਗੱਲ ਹੋ ਰਹੀ ਆ। ਸਾਡਾ ਜਿਹੜਾ ਲੇਬਲ ਵੀ ਹੈਗਾ ਇਲੈਕਸ਼ਨ ਜਦੋਂ ਤੁਸੀਂ ਜਾ ਕੇ ਪਾਉਣੀ ਆ, ਉਹਦੇ ਵਿੱਚ ਲਿਖਿਆ ਹੋਇਆ ਸਾਫ਼ ਮਨੁੱਖੀ ਹੱਕਾਂ ਦੀ ਗੱਲ ਅਸੀਂ ਕਰ ਰਹੇ ਹਾਂ। ਗੁਰਪ੍ਰੀਤ ਸਿੰਘ, ਥੋੜਾ ਜਿਹਾ ਚਾਨਣ ਪਾਓ ਇਹ ਚੀਜ਼ ਤੇ ਕਿ ਜਿਹੜੀ MEP ਦੀ ਇਲੈਕਸ਼ਨ ਦਾ ਪ੍ਰੋਸੈਸ ਸੰਗਤ ਨੂੰ ਜਾਣਕਾਰੀ ਦਿਓ ਵੀ ਕਿਵੇਂ ਚੱਲਦਾ ਆ ਤੇ ਇਹਦੇ 'ਚ ਫਾਇਦਾ ਕੀ ਆਪਾਂ ਨੂੰ ਖੰਡ ਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਇਹ ਆ ਕਿ ਇਹ ਪੋਲੀਟੀਕਲ ਪ੍ਰੋਸੈਸ ਆ ਜੀ। ਇਹ ਨਾ ਕੌਂਸਲ ਦੀ ਇਲੈਕਸ਼ਨ ਆ, ਨਾ ਇਹ MP ਦੀ ਇਲੈਕਸ਼ਨ ਆ, ਇਹ MEP ਦੀ ਇਲੈਕਸ਼ਨ ਆ। ਤੇ ਕਈ ਮੇਰੇ ਵੀਰ ਘਰਾਂ 'ਚ ਬੈਠੇ ਸੋਚਦੇ ਹੋਣੇ ਕਿ ਇਹ ਕੋਈ ਨਵੀਂ ਪਾਰਟੀ ਇੰਗਲੈਂਡ 'ਚ ਸ਼ੁਰੂ ਹੋ ਗਈ ਆ। ਹਾਂ, ਇਹ ਸ਼ੁਰੂ ਹੋਈ ਆ, ਪਰ ਇਹਦੇ ਨਾਲ ਤੁਹਾਡੇ ਲੋਕਲ ਇਲੈਕਸ਼ਨ ਦੇ ਵਿੱਚ ਤੇ MP ਦੀ ਜਿਹੜੀ ਵੀ ਪਾਰਟੀ, ਚਾਹੇ ਕੋਈ ਵੀ ਪਾਰਟੀ UK ਦੀ, ਉਹ ਤੁਹਾਡੀ ਹੱਕ ਦੀ ਗੱਲ ਕਰਦੀ, ਤੁਹਾਡਾ MP ਤੁਹਾਡੀ ਗੱਲ ਕਰਦਾ, ਤੁਸੀਂ ਉਹਨੂੰ ਵੋਟ ਪਾਓ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਜਿਹੜੀ ਇਹ ਇਲੈਕਸ਼ਨ ਆ, ਇਹ MEP ਦੀ ਆ, ਇਹ ਯੂਰਪੀਅਨ ਪਾਰਲੀਮੈਂਟ ਦੀ ਇਲੈਕਸ਼ਨ ਆ। ਤੇ ਮੈਂ ਥੋੜਾ ਜਿਹਾ ਬੈਕਗਰਾਉਂਡ ਤੇ ਗੱਲ ਦੱਸ ਦਵਾਂ ਕਿ ਕੇਸਰੀ ਲਹਿਰ ਦਾ ਨਾਂ ਆ ਰਿਹਾ ਤੇ ਸਾਰੇ, ਕਿਉਂਕਿ ਮੈਂ ਇੰਡੀਵਿਜੂਅਲ ਤੌਰ ਤੇ ਵੀ ਇਸ ਕੋਜ਼ ਨੂੰ ਸਪੋਰਟ ਕਰਦਾ, ਈਵਨ ਦੋ ਕਿ ਹੁਣ ਮੈਂ ਕੇਸਰੀ ਲਹਿਰ ਦੇ ਵਿੱਚ ਐਕਟਿਵ ਨਹੀਂ ਗਾ। ਇਹਦੀ ਸਪੋਰਟ ਕਰਨ ਦੀ ਲੋੜ ਕੀ ਆ ਜੀ? ਐਜ਼ ਏ ਸਿੱਖ ਪ੍ਰਸਪੈਕਟਿਵ ਪਹਿਲਾਂ ਮੈਂ ਗੱਲ ਕਰ ਲੈਂਦਾ। ਹਾਂਜੀ ਹਾਂਜੀ। ਉਹਦੇ ਵਿੱਚ ਦੋ ਗੱਲਾਂ ਆ ਜੀ। ਆਪਾਂ ਨਿਊਜ਼ ਸੁਣਦੇ ਆ ਕਿ ਯੂਰਪ ਦੇ ਵਿੱਚ ਫਲਾਣੇ 에ਅਰਪੋਰਟ ਦੇ ਉੱਤੇ ਸਿੱਖਾਂ ਨੂੰ ਪੱਗ ਬੰਨ੍ਹ ਕੇ ਨਹੀਂ ਜਾਣ ਦਿੱਤਾ ਜੀ। ਆਪਾਂ ਨਿਊਜ਼ ਸੁਣਦੇ ਆ ਜੀ ਯੂਰਪੀਅਨ ਪਾਰਲੀਮੈਂਟ ਸਿੱਖਾਂ ਨੂੰ ਕਕਾਰ ਲੈ ਕੇ ਨਹੀਂ ਜਾਣ ਦਿੱਤਾ ਜੀ। ਇਸ ਗੱਲ ਨੂੰ ਟੈਕਲ ਕਰਨ ਵਾਸਤੇ UK ਦੇ ਵਿੱਚ ਅਸੀਂ ਕੋਈ ਆਪਣਾ ਸਿੱਖ MP ਨਹੀਂ ਬਣਾ ਸਕੇ, ਈਵਨ ਦੋ ਕਿ UK ਦੇ ਵਿੱਚ ਇਹ ਪ੍ਰੋਬਲਮ ਨਹੀਂ ਗਈ, ਪਰ ਯੂਰਪ ਦੇ ਵਿੱਚ ਹੈਗੀ ਆ। ਅਸਿਊਮ ਕਰੋ ਕਿ ਤੁਹਾਡੇ ਦੋ ਸਿੱਖ MEP ਯੂਰਪੀਅਨ ਪਾਰਲੀਮੈਂਟ ਦੇ ਵਿੱਚ ਆ, ਉਹਨਾਂ ਨੇ ਪੂਰੇ ਯੂਰਪ ਦੀ 에ਅਰਪੋਰਟਾਂ ਦੇ ਉੱਤੋਂ ਦੀ ਲੰਘਣਾ, ਉਹਨਾਂ ਨੇ ਉੱਥੇ ਸਿੱਖੀ ਦੇ ਕਕਾਰ ਲੈ ਕੇ ਜਾਣੇ ਆ। ਜੇ ਕੱਲ ਨੂੰ ਉਹਨਾਂ 에ਅਰਪੋਰਟਾਂ ਦੇ ਉੱਤੇ ਪ੍ਰੋਬਲਮ ਆਉਂਦੀ ਆ, ਇਹ ਯੂਰਪੀਅਨ ਪਾਰਲੀਮੈਂਟ ਦੀ ਪ੍ਰੋਬਲਮ ਬਣ ਜਾਂਦੀ ਆ, ਸਿੱਖਾਂ ਦੇ ਹੱਥਾਂ ਦੇ ਵਿੱਚੋਂ ਗੱਲ ਚੱਲ ਜਾਂਦੀ, ਕਿਉਂਕਿ ਇਲੈਕਟਿਡ ਬੰਦੇ ਨੂੰ ਕੀ ਯੂਰਪੀਅਨ ਪਾਰਲੀਮੈਂਟ ਕਹੂਗੀ ਕਿ ਤੁਸੀਂ MEP ਬਣ ਗਏ ਆ, ਪਰ ਤੁਹਾਡੀ ਪੱਗ ਨੂੰ ਅਸੀਂ ਆਪਣੇ 에ਅਰਪੋਰਟਾਂ ਦੇ ਉੱਤੇ ਨਹੀਂ ਲੰਘਣ ਦੇਣਾ, ਕੀ ਅਸੀਂ ਇਸ ਪੱਗ ਨੂੰ ਰੈਕੋਗਨਾਈਜ਼ ਨਹੀਂ ਕਰਨਾ। ਇਹ ਸਾਡੀਆਂ ਡਿਪਲੋਮੈਟਿਕ ਤੌਰ ਦੇ ਉੱਤੇ ਕਈ ਪ੍ਰੋਬਲਮਾਂ ਸੋਲਵ ਹੁੰਦੀਆਂ। ਦੂਜੀ ਗੱਲ,
ਜਿਹੜੇ ਮੇਰੇ ਵੀਰ ਕਈ ਘਰਾਂ 'ਚ ਬੈਠੇ ਹੁੰਦੇ ਉਹਨੇ ਉਹਨਾਂ ਕਹਿਣਾ ਇਹਨਾਂ ਨੂੰ ਕੀ ਲੋੜ ਆ MEP ਬਣਨ ਦੀ। ਪਹਿਲੀ ਗੱਲ ਮੈਂ ਉਹਨਾਂ ਲੋਕਾਂ ਦੀ ਇੱਕ ਸਾਈਕੀ ਦੀ ਗੱਲ ਕਰ ਦਵਾਂ, ਉਹ ਲੋਕਾਂ ਨੇ ਇੰਗਲੈਂਡ ਨੂੰ ਆਪਣੀ ਕੰਟਰੀ ਨਹੀਂ ਮੰਨਿਆ। ਜੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਸਿੱਖ MP ਬਣ ਸਕਦੇ ਆ, ਪ੍ਰਾਈਮ ਮਿਨਿਸਟਰ ਬਣ ਸਕਦੇ ਆ, CM ਬਣ ਸਕਦੇ ਆ, ਆਰਮੀ ਦੀ ਹਰ ਇੱਕ ਖਿੱਤੇ ਦੇ ਵਿੱਚ ਜਾ ਸਕਦੇ ਆ, ਅਸੀਂ ਇਸ ਕੰਟਰੀ 'ਚ ਕਿਉਂ ਨਹੀਂ ਬਣ ਸਕਦੇ? ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਉਹਨਾਂ ਨੇ ਇਸ ਕੰਟਰੀ ਦੇ ਵਿੱਚ ਰਹਿਣਾ। ਅਸੀਂ ਚਾਹੁੰਦੇ ਆ ਕਿ ਸਾਡੀ ਇਸ ਕੰਟਰੀ ਦੇ ਵਿੱਚ ਸਿੱਖ ਪ੍ਰਾਈਮ ਮਿਨਿਸਟਰ ਵੀ ਬਣ, ਹਰੇਕ ਕਿਸੇ ਵੀ ਅਹੁਦਾ ਹੋਵੇ ਉਹਦੇ ਵਿੱਚ ਸਾਡੇ ਸਿੱਖਾਂ ਨੂੰ ਪੂਰਾ ਹੱਕ ਆ ਆਪਣੇ ਬਸ਼ਿੰਦੇ ਜਿਹੜੇ ਉਸ ਕੰਟਰੀ ਦੇ ਬਸ਼ਿੰਦੇ ਉਹ ਜਿਹੜੀ ਮਰਜ਼ੀ ਪੋਸਟ ਲੈਣ। ਸੋ ਇਹ ਮੇਰੀ ਬੇਨਤੀ ਆ ਕਿ ਇਹ ਜਿਹੜੀ ਤੁਸੀਂ ਕਈ ਲੋਕੀ ਸੋਚਦੇ ਹੋਣੇ ਆ ਇਹਨੂੰ ਥੋੜਾ ਸਾਈਡ ਤੇ ਕਰੋ। ਇਸ ਕੰਟਰੀ ਨੂੰ ਆਪਣੀ ਕੰਟਰੀ ਸਮਝ ਕੇ ਆਪਣੇ ਸਿੱਖ ਕੈਂਡੀਡੇਟ, ਇਹ ਅਸੀਂ ਇੱਕ ਪਲੇਟਫਾਰਮ ਸਟਾਰਟ ਕੀਤਾ। ਇਸ ਪਲੇਟਫਾਰਮ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਇੱਥੇ ਦੇ ਨਿਆਣਿਆਂ ਨੇ ਪਾਰਟਿਸਿਪੇਟ ਕਰਨਾ ਪੋਲੀਟੀਕਲ ਤੌਰ ਤੇ ਅਸੀਂ ਉਹਨਾਂ ਦੀ ਸਪੋਰਟ ਕਰਨੀ ਆ, ਅਸੀਂ ਆਪਣੀ ਗੱਲ ਕਰਨੀ ਆ। ਦੂਜੀ ਗੱਲ, ਇਹ ਕੈਂਡੀਡੇਟ ਦੀ ਅਸੀਂ ਸਪੋਰਟ ਕਿਉਂ ਕਰ ਰਹੇ ਆ? ਕਈ ਮੇਰੇ ਵੀਰ ਸਿੱਖ ਇਸ ਗੱਲ ਨੂੰ ਸੋਚਦੇ ਆ ਕਿ ਅਸੀਂ ਕਿਹੜੇ ਸਿੱਖ ਦੇ ਉੱਤੇ ਟਰਸਟ ਕਰੀਏ, ਜਿਹਨੂੰ ਵੋਟ ਪਾਈਏ ਉਹ ਸਿੱਖੀ ਦੀ ਗੱਲ ਕਰੇਗਾ। ਮੇਰਾ ਐਕਸਪੀਰੀਅੰਸ ਜੋ ਇਹਨਾਂ ਇੰਡੀਵਿਜੂਅਲਸ ਦੇ ਨਾਲ ਆ, ਤੇ ਮੈਂ ਪੂਰੇ ਇੰਗਲੈਂਡ ਦੇ ਵਿੱਚ ਕੇਸਰੀ ਲਹਿਰ ਦੀ ਸਾਰੀ ਟੀਮ 올 ਓਵਰ ਦ ਕੰਟਰੀ ਬੈਠੀ ਆ, ਇਹ ਸਾਰੇ ਸਿੰਸੀਅਰ ਸਪੋਰਟਰ ਆ, ਇਹਨਾਂ ਦੇ ਵਿੱਚ ਕੌਮੀ ਜਜ਼ਬਾ ਆ। ਇਹ ਕੈਂਡੀਡੇਟ ਇਸ ਕਰਕੇ ਸਿਲੈਕਟ ਕੀਤੇ ਆ ਕਿਉਂਕਿ ਇਹਨਾਂ ਦਾ ਟਰੈਕ ਰੈਕੋਰਡ ਦੱਸਦਾ ਬਚਪਨ ਤੋਂ ਅੱਜ ਤੱਕ ਕਿ ਇਹਨਾਂ ਨੇ ਸਿੱਖੀ ਦੇ ਲਈ ਕੀ ਕੰਟਰੀਬਿਊਸ਼ਨ ਕੀਤਾ। ਕੀ ਅਸੀਂ ਇਹਨਾਂ ਦੇ ਉੱਤੇ ਟਰਸਟ ਕਰ ਸਕਦੇ ਹਾਂ? ਵਿਦ ਦ ਬਲਾਈਂਡ ਆਈ I can trust them and I'm supporting them। ਤੇ ਸਾਰੀ ਕੇਸਰੀ ਲਹਿਰ ਦੇ ਜਿੱਦਾਂ ਮੇਰੇ ਵੱਲੋਂ ਛੱਡ ਚੁੱਕੇ ਜਾਂ ਜਿਹੜੇ ਆਲਰੇਡੀ ਐਕਟਿਵ ਕੇਸਰੀ ਲਹਿਰ ਦੇ ਮੈਂਬਰ ਆ, ਜਾਂ ਜਿੰਨੇ ਕੌਮੀ ਤੌਰ ਤੇ ਇਸ ਕੰਟਰੀ ਦੇ ਵਿੱਚ ਵਿਚਰਦੇ ਆ, ਉਹ ਸਾਰੇ ਇਸ ਗੱਲ ਨੂੰ ਸਮਝਣ। ਪਰ ਇਹ VOTING ਲੰਡਨ ਵਿੱਚ ਹੋ ਰਹੀ ਆ, ਵੋਟਾਂ ਲੰਡਨ ਵਾਲਿਆਂ ਨੇ ਪਾਉਣੀਆਂ, ਪਰ ਅਸੀਂ ਜਿੱਥੇ ਵੀ ਬੈਠੇ ਆ ਸਾਡਾ ਫਰਜ਼ ਬਣਦਾ ਅਸੀਂ ਇਹਨਾਂ ਨੂੰ ਸਪੋਰਟ ਕਰੀਏ, ਇਹਨਾਂ ਨੂੰ ਜਿਤਾਈਏ ਤੇ ਇਹਨਾਂ ਗੁਰਸਿੱਖਾਂ ਨੂੰ ਨਾਲ ਹੋਰਾਂ ਨੂੰ। ਜਿਹੜੀ ਦੂਜੀ ਗੱਲ ਇਹ ਆਪਣੀ ਸਿੱਖੀ ਦੀ ਗੱਲ ਆ। ਹੁਣ ਮੈਂ ਪੋਲੀਟੀਕਲ ਐਂਗਲ ਤੋਂ ਆ ਜਾਂਦਾ। ਪੋਲੀਟੀਕਲ ਐਂਗਲ ਇਹ ਆ, ਹਰ ਇੱਕ ਕੌਮ ਚਾਹੁੰਦੀ ਆ, ਸਟੇਟਮੈਂਟ ਦਿੰਦੇ ਆ ਕਿ ਅਸੀਂ ਕਮਿਊਨਿਟੀ ਨੂੰ ਲੈ ਕੇ ਤੁਰਨਾ, ਪਰ ਇਸ ਪ੍ਰੈਕਟੀਕਲ ਕਿ ਇਹ ਸਾਰੀਆਂ ਕਮਿਊਨਿਟੀਆਂ ਜਿਨ੍ਹਾਂ ਦੇ ਨਾਲ ਇਨਜਸਟਿਸ ਹੋਇਆ ਆ, ਉਹਨਾਂ ਸਾਰੀਆਂ ਕਮਿਊਨਿਟੀਆਂ ਨੂੰ ਨਾਲ ਲੈ ਕੇ ਇੱਕ ਪਾਰਟੀ ਬਣਾਈ ਗਈ ਆ। ਉਹ ਪਾਰਟੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਰਿਜ਼ਲਟ ਦਊਗੀ। ਇਹ ਇਕੱਲੀ ਇੰਗਲੈਂਡ ਤੱਕ ਸੀਮਿਤ ਨਹੀਂ ਰਹਿਣੀ, ਪੂਰੇ ਯੂਰਪ ਦੇ ਵਿੱਚ ਇਹ ਸਾਰੀ ਪਾਰਟੀ ਦਾ ਪਸਾਰਾ ਆਉਣ ਵਾਲੇ ਸਮੇਂ ਵਿੱਚ ਹੋਏਗਾ। ਜੇ ਤੁਸੀਂ ਇੱਕ ਦੋ ਚੰਗੇ ਪੁਆਇੰਟ ਰੇਜ਼ ਕੀਤੇ ਆ, ਤੇ ਮੈਂ ਸੰਗਤ ਨਾਲ ਇਹ ਵੀ ਸਾਂਝ ਕਰਨੀ ਆ ਕਿ ਪਹਿਲੇ ਹਫ਼ਤੇ 3 ਹਫ਼ਤੇ ਪਹਿਲਾਂ ਜਦੋਂ ਮੈਂ ਆਪਣੀ ਗੱਲ ਸ਼ੁਰੂ ਹੋਈ ਹੈ ਵੀ ਅਸੀਂ ਅਨਾਊਂਸਮੈਂਟ ਕਰਤੀ ਸੰਗਤ ਦੇ ਵਿੱਚ ਕਿ ਅਸੀਂ ਇਹ ਕੈਂਪੇਨ ਲੜਨੀ ਆ, ਤਾਂ ਇੱਕ ਪਾਰਟੀ ਦਾ ਮੈਂਬਰ ਸੀਗਾ, ਨੌਜਵਾਨ ਆਪਣਾ ਗੁਰਸਿੱਖ, ਕਹਿੰਦਾ ਤੁਸੀਂ ਆ ਕੀ ਕਰਨ ਲੱਗੇ ਹੋਏ ਆ, ਸਾਡੀ ਵੋਟਾਂ ਤੋੜਨ ਲੱਗੇ ਹੋਏ ਆ। ਤੇ ਤੁਸੀਂ ਉਹਦਾ ਜਵਾਬ ਬੜਾ ਸੋਹਣਾ ਦਿੱਤਾ ਕਿ ਅਸੀਂ ਕਿਸੇ ਦੀ ਵੋਟ ਨਹੀਂ ਤੋੜਨ ਵਾਸਤੇ ਆਏ ਹੋਏ, ਅਸੀਂ ਆਪਣੀ ਆਵਾਜ਼ ਯੂਰਪੀਅਨ ਪਾਰਲੀਮੈਂਟ ਵਿੱਚ ਬੁਲੰਦ ਕਰਨੀ ਆ। We're taking our voice to the European Parliament, no more and no less than that. And it's ਬਹੁਤ ਇੰਪੋਰਟੈਂਟ ਆਪਾਂ ਇਹ ਚੀਜ਼ ਨੂੰ ਯਾਦ ਰੱਖੀਏ ਕਿ ਸਿੱਖ ਜਿਹੜੇ ਆ, ਮੈਂ ਖੁਦ ਤੁਹਾਨੂੰ ਐਗਜ਼ਾਮਪਲ ਦਿੰਦਾ, MP ਬੈਠੇ ਸੀਗੇ ਮੀਟਿੰਗ ਦੇ ਵਿੱਚ, ਗੱਲ ਕਰਦੇ ਕਰਦੇ ਉਹਨੇ ਮੈਨੂੰ ਗੱਲ ਬੜੀ ਸੋਹਣੀ ਕਹੀ, ਕਹਿੰਦਾ ਅਵਤਾਰ ਸਿੰਘ, you're standing as an MEP, but you know what, you're wasting your time. The Sikhs are like goats. They've become attuned and accustomed to just working the way they like to work. So if you're conservative, you're going to vote conservative. If you're Labour, Labour vote paunge. So where do you stand with that? I said, I don't have a problem with that. My problem is this, your attitude to the Sikhs. We're not goats. We're a nation of lions. ਅਸੀਂ ਤੁਹਾਨੂੰ ਕੁਰਬਾਨੀਆਂ ਦਿੱਤੀਆਂ ਨੇ, 100,000 ਸਿੱਖਾਂ ਨੇ ਸ਼ਹੀਦੀਆਂ ਪਾਈਆਂ World War I ਵਿੱਚ, another 100,000 and 125,000 ਡਿਸੇਬਲ ਹੋ ਕੇ ਘਰ ਗਏ ਆ ਤੇ ਉਹ ਕਦੇ ਕੰਮ ਨਹੀਂ ਕਰ ਸਕੇ। ਐਂਡ ਹੇ ਯੋਰ ਐਰੋਗੈਂਸ ਤੇਰੀ ਜਿਹੜਾ ਹਉਮੈ ਬੋਲਦਾ ਪਿਆ, ਇਹਦੇ ਵਿੱਚ ਮੈਂ ਥੋੜਾ ਜਿਹਾ ਐਡ ਕਰ ਦਵਾਂ। ਕਰੋ। I think you talking on a political angle. I am, yes. ਮੈਂ ਪਹਿਲਾਂ ਗੱਲ ਕੀਤੀ ਸੀਗੀ ਨਿਰੋਲ ਧਾਰਮਿਕ ਕਿ ਸਿੱਖ ਕੈਂਡੀਡੇਟ ਕਿਉਂ। Now let's explore little bit further. Of course. ਸਾਡਾ ਸਿੱਖਾਂ ਦਾ ਟਰੈਕ ਰੈਕੋਰਡ ਆ, even we are in minority in this country, even in India, ਇਹ ਮੈਂ ਅੱਗੇ ਵੀ ਗੱਲ ਕਹਿ ਚੁੱਕਾ ਕਿ
ਅਸੀਂ ਮਿਨੋਰਿਟੀ ਚ, ਕਿਉਂਕਿ ਹੁਣ ਲੜਾਈ ਚੇਂਜ ਹੋ ਗਈ ਆ, ਹਾਂਜੀ ਕੀ ਅਸੀਂ ਮੁਗਲ ਸਾਮਰਾਜ ਦੀਆਂ ਜੜ੍ਹਾਂ ਪੱਟੀਆਂ? ਪੱਟੀਆਂ ਕੀ ਅਸੀਂ ਬ੍ਰਿਟਿਸ਼ ਸਾਮਰਾਜ ਦੀਆਂ ਜੜ੍ਹਾਂ ਪੱਟੀਆਂ? ਇਨਜਸਟਿਸ ਹੋ ਰਿਹਾ ਸੀ, ਸਾਨੂੰ ਤਾਂ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ। ਅਸੀਂ 2% ਇੰਡੀਆ 'ਚ ਸੀ, ਚਾਹੇ ਇੰਡੀਆ ਗੁਲਾਮ ਹੁੰਦਾ ਚਾਹੇ ਨਾ ਹੁੰਦਾ, ਸਾਡੀ ਸਿਹਤ ਤੇ ਕੋਈ ਅਸਰ ਨਹੀਂ ਸੀ, ਪਰ ਅਸੀਂ ਸਾਰੇ ਲੋਕਾਂ ਨੂੰ ਆਜ਼ਾਦ ਕਰਵਾਇਆ। ਉਦੋਂ ਬਾਅਦ ਵਰਲਡ ਵਾਰ 1 ਵਰਲਡ ਵਾਰ 2 ਦੇ ਵਿੱਚ ਅਸੀਂ ਯੂਰਪ ਨੂੰ ਵੀ ਆਜ਼ਾਦ ਕਰਵਾਇਆ। ਜਸਟ ਅਸਿਊਮ ਹਿਟਲਰ ਇੱਥੇ ਰੂਲ ਕਰਦਾ ਹੁੰਦਾ ਤੇ ਕੀ ਹੁੰਦਾ, ਜਸਟ ਅਸਿਊਮ ਫॉर 1 ਸੈਕਿੰਡ। ਅਸੀਂ ਮਾਈਨੋਰਿਟੀ ਹੋਣ ਦੇ ਬਾਵਜੂਦ ਅਸੀਂ ਇੰਪੈਕਟ ਪਲੇ ਕੀਤਾ। ਉਹ ਲੜਾਈ ਸੀ ਡਿਫਰੈਂਟ, ਹੁਣ ਲੜਾਈ ਹੈਗੀ ਆ 21st ਸੈਂਚੁਰੀ ਦੇ ਵਿੱਚ ਡਿਫਰੈਂਟ ਪੋਲੀਟੀਕਲ ਲੜਾਈ। ਕੀ ਘੱਟ ਗਿਣਤੀਆਂ ਸਿੱਖਾਂ ਦੇ ਉੱਤੇ ਟਰਸਟ ਕਰ ਸਕਦੀਆਂ ਕਿ ਇਹ ਅਸੀਂ ਉਹਨਾਂ ਨੂੰ ਜਸਟਿਸ ਲੈ ਕੇ ਦੇਵਾਂਗੇ? ਸਾਡਾ ਟਰੈਕ ਰੈਕੋਰਡ ਕਹਿੰਦਾ ਕਿ ਅਸੀਂ ਲੈ ਕੇ ਦੇਵਾਂਗੇ। ਅਸੀਂ ਗੱਲ ਕਰਦੇ ਹਾਂ ਸਾਡੇ ਟੌਪ ਲੈਵਲ ਦੇ ਉੱਤੇ 4-5 ਬੰਦੇ ਵਿਕ ਜਾਣ, ਉਹ ਇੱਕ ਵੱਖਰਾ ਇਸ਼ੂ ਆ, ਪਰ ਆਪਾਂ ਕੌਮੀ ਤੌਰ ਤੇ ਗੱਲ ਕਰਦੇ ਪੋਲੀਟੀਕਲ ਤੌਰ ਤੇ। ਉਦੋਂ ਬਾਅਦ ਸਾਡੇ ਸਿੱਖ ਐਮਪੀ ਤੇ ਇਕੱਲੇ ਸਿੱਖ ਨਹੀਂ, ਗ੍ਰੇਮ ਵਿਲੀਅਮਸਨ ਹੋਰ ਬੰਦੇ ਜਿਹੜੇ ਮੇਨ ਸਟ੍ਰੀਮ ਬ੍ਰਿਟਿਸ਼ ਪੋਲੀਟੀਸ਼ੀਅਨ ਦੇ ਪੋਲਿਟਿਕਸ ਹੈਗੇ ਆ, ਲਾਸਟ 15 ਸਾਲ ਦੇ ਉੱਤੋਂ ਐਜ਼ ਅ ਬ੍ਰਿਟਿਸ਼ ਸਿਟੀਜ਼ਨ ਸਾਡੀ ਇਸ ਕੰਟਰੀ ਦੀ ਇੱਕ ਪ੍ਰਿਵਿਲੇਜ ਹੁੰਦੀ ਸੀ, ਪ੍ਰੈਸਟੀਜ ਹੁੰਦੀ ਸੀ ਹਿਊਮਨ ਰਾਈਟਸ ਬਾਰੇ। ਲਾਸਟ 15 ਸਾਲਾਂ ਤੋਂ ਇਹਨਾਂ ਨੇ ਇਰਾਕ 'ਚ ਲੜਾਈ ਲੜਤੀ, ਇਹਨਾਂ ਨੇ ਕਿਤੇ ਹੋਰ ਲੜਤੀ ਤੇਲ ਕਰਕੇ। ਜਿਹੜੇ ਇਹਨਾਂ ਦੇ ਪੋਲੀਟੀਸ਼ੀਅਨਾਂ ਦੇ ਕਮਰਸ਼ੀਅਲ ਬਿਜ਼ਨਸਮੈਨ ਆ, ਇਹਨਾਂ ਦੇ ਦੋਸਤ ਆ, ਉਹਨਾਂ ਨੂੰ ਇਹ ਬੈਨੀਫਿਟ ਲੈ ਕੇ ਦਿੰਦੇ ਆ। ਉਹਨਾਂ ਸਾਰਿਆਂ ਦੀਆਂ ਆਫਸ਼ੋਰ ਅਕਾਊਂਟ ਆ, ਇਸ ਕੰਟਰੀ ਨੂੰ ਤਾਂ ਟੈਕਸ ਵੀ ਨਹੀਂ ਆ ਰਿਹਾ, ਨਾ ਰੈਵਨਿਊ ਆ ਰਿਹਾ। ਅਸੀਂ ਇਸ ਕੰਟਰੀ ਦੀ ਜਿਹੜੀ ਪ੍ਰੈਸਟੀਜ ਪੂਰੀ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਗਰਾਊਂਡ ਤੇ ਡਿੱਗ ਚੁੱਕੀ ਆ, ਅਸੀਂ ਉਹਨੂੰ ਦੁਬਾਰਾ ਲੈਵਲ ਤੇ ਲੈ ਕੇ ਆਵਾਂਗੇ। ਸਾਡਾ ਕੰਟਰੀ Britain can go out and tell the world we are a protector of the human rights, not by saying it. And Labour Party and Conservative Party ਇੱਥੇ ਨੁਮਾਇੰਦੇ ਨਹੀਂ, ਅਸੀਂ ਜਿਹੜੀ MP ਦੀ ਵੋਟ ਆ ਉਹ ਲੋਕਲ ਤੁਸੀਂ ਪਾਓ, ਪਰ ਅਸੀਂ ਯੂਰਪ ਦੇ ਵਿੱਚ ਸਾਰੇ ਜਾਣੇ ਇਕੱਠੇ ਹੋ ਕੇ ਇੰਗਲੈਂਡ ਨੂੰ ਰਿਪਰੈਜ਼ੈਂਟ ਕਰਾਂਗੇ, ਐਜ਼ ਵੈਲ ਐਜ਼ ਜਿਹੜੀਆਂ ਮਿਨੋਰਿਟੀਜ਼ ਦੇ ਨਾਲ ਇਨਜਸਟਿਸ ਹੋ ਰਿਹਾ, ਅਸੀਂ ਉਹਨਾਂ ਨੂੰ ਇਸ ਕੰਟਰੀ ਦੀ ਇਹ ਖੁਸ਼ਕਿਸਮਤੀ ਹੋਊਗੀ ਕਿ ਜੇ ਸਿੱਖ ਜਾ ਰਹੇ ਕੈਂਡੀਡੇਟ ਇਹ ਪੋਲਿਟਿਕਸ ਜਿਹੜੀ ਡਿੱਗ ਚੁੱਕੀ ਆ ਉਹਨੂੰ ਵੀ ਉਹਦਾ ਸਟੈਂਡਰਡ ਰੇਜ਼ ਕਰਨਗੇ। ਹੋਰ ਕੀ ਚਾਹੀਦਾ? ਜੇ ਪੋਲਿਟਿਕਸ ਦਾ ਸਟੈਂਡਰਡ ਰੇਜ਼ ਹੋ ਰਿਹਾ, ਸਿੱਖੀ ਦੇ ਮਸਲੇ, ਹਿਊਮਨ ਰਾਈਟਸ ਦੇ ਮਸਲੇ ਸੋਲਵ ਹੋ ਰਹੇ ਆ, ਆਈ ਥਿੰਕ ਇਟਸ ਅ ਪ੍ਰਿਵਿਲੇਜ। ਅੱਛਾ ਜਰਨੈਲ ਸਿੰਘ, ਮੈਂ ਤੁਹਾਨੂੰ ਇੱਕ ਸਵਾਲ ਵੀ ਪੁੱਛਣਾ, ਫਿਰ ਤੁਸੀਂ ਆਪਦੀ ਸਾਂਝ ਵੀ ਕਰ ਲਿਓ ਗੱਲ ਜਿਹੜੀ ਕਹਿਣਾ ਚਾਹੁੰਦੇ ਆ। ਆਪਣੇ ਨੌਜਵਾਨ ਅੱਜ ਇਹ ਕੁਐਸਚਨ ਉਠਾ ਰਹੇ ਆ ਬਾਰ-ਬਾਰ ਵੀ ਤੁਸੀਂ ਕਰ ਕੀ ਰਹੇ ਆ। ਦੇਖੋ ਕਿ ਕਿੰਨਾ ਵੱਡਾ ਸਵਾਲ ਉਠਾਉਂਦੇ ਵੀ ਤੁਸੀਂ ਕਰ ਕੀ ਰਹੇ ਆ। ਅਸੀਂ ਬਣੀ ਬਣਾਈ ਗੱਲ, ਸਾਡੀ ਤੁਹਾਨੂੰ ਸਾਰੇ ਹੱਕ ਮਿਲੇ ਹੋਏ ਇੱਥੇ, ਤੇ ਤੁਸੀਂ ਖੋਲੀ ਵੀ ਅੱਗ ਉੱਪਰ ਪੈਟਰੋਲ ਪਾ ਰਹੇ ਆ, ਤੇ ਸਾਡੀ ਜਿਹੜੀ ਰੈਪੂਟੇਸ਼ਨ ਹੈਗੀ ਅਸੀਂ ਖਰਾਬ ਕਰ ਰਹੇ ਆ। ਮੈਂ ਉਹਨਾਂ ਨੂੰ ਬੜੀ ਸੋਹਣੀ ਢੰਗ ਨਾਲ ਯਾਦ ਕਰਾਇਆ ਵੀ ਦੇਖੋ ਤੁਸੀਂ, ਤੁਹਾਡੇ ਸਿੱਖ ਕੌਮ 'ਚ ਸ਼ਹੀਦੀਆਂ ਦੀ ਜਿਹੜੀ ਪਰੰਪਰਾ ਚੱਲਦੀ ਆ, ਉਹਦੀ ਬੇਸਿਸ ਤੇ ਤੁਸੀਂ ਅੱਜ ਉੱਥੇ ਖੜੇ ਜਿੱਥੇ ਤੁਹਾਡਾ ਨਾਂ ਬਣਿਆ ਹੋਇਆ। ਤੇ ਜੇ ਤੁਸੀਂ ਕਹਿੰਦੇ ਕਿ ਅੱਜ ਅਸੀਂ ਗਊ ਬਣ ਕੇ, ਜਿੱਦਾਂ ਉਹ MP ਕਹਿੰਦਾ ਸੀ ਵੀ ਤੁਸੀਂ ਤਾਂ ਗਊ ਬਣ ਗਏ ਆ, ਅਸੀਂ ਇੱਕ ਇਕੱਲਾ ਸਿੱਖ ਲੀਡਰ ਆ, ਉਹ ਲੀਡਰਸ਼ਿਪ ਦਿਖਾਈਏ ਤੇ ਆਪਾਂ ਗਾਂਹ ਤੁਰੀਏ। ਤੇ ਇਹ ਤੇ ਤੁਹਾਡਾ ਕੀ ਵਿਚਾਰ ਜਰਨੈਲ ਸਿੰਘ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਨਸਾਨੀਅਤ ਇਹ ਹੈ, ਜਿਹੋ ਜੀ ਸਿਚੁਏਸ਼ਨ ਹੋਵੇ ਉਸੇ ਤਰ੍ਹਾਂ ਦਾ ਸਟੈਪ ਲਿਆ ਜਾਂਦਾ ਹੈ ਜੀ। ਟਾਈਮ ਸੀ ਲੜਾਈ ਦਾ ਸੀਗਾ ਜੀ, ਟਾਈਮ ਸੀ ਵੋਟਾਂ ਦਾ ਸੀਗਾ, टाइम है हुण इंसानियत का। कोई किसी को राज ना दे है, जो ले है निज बल से ले है। In English, nobody gives you right until you ask for it. Now time has come that we have to ask what we deserve and what belongs to us and what is our right. We have to stand for it. देखो ਹੁਣ टाइम हैगा क्योंकि ਆਪਾਂ ਹੁਣ ਵੋਟਾਂ ਦੇ ਹਿਸਾਬ ਨਾਲ ਜੋ ਕੁਝ ਵੀ ਹੋਣਾ ਹੈਗਾ ਉਹ ਡੈਮੋਕ੍ਰੈਟਿਕ ਤਰੀਕੇ ਨਾਲ ਹੋਣਾ ਥਰੂ ਆਊਟ ਦੀ ਵਰਲਡ। ਜੇ ਹੁਣ ਆਪਾਂ UN ਨੇ ਜਿਹੜੇ ਵੀ ਫੈਸਲੇ ਲੈਣੇ ਹੈਗਾ ਉਹ ਥਰੂ ਆਊਟ ਨੇ ਉਹਨੂੰ ਸਪੋਰਟ ਕਰਨਾ ਹੈਗਾ। ਜੇ ਆਪਾਂ UN ਦੇ ਵਿੱਚ ਜਾਵਾਂਗੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਾਂਗੇ ਤਾਂ ਇਹ ਆਪਾਂ ਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ UN ਨੇ ਜੋ ਕੁਝ ਕਰਨਾ ਹੈਗਾ ਵਰਲਡ ਦੇ ਵਿੱਚ ਉਹ ਡਿਸੀਜਨ ਲੈਣਾ ਬਾਕੀਆਂ ਨੇ ਇੰਪਲੀਮੈਂਟ ਕਰਨਾ ਹੈਗਾ। ਜਿਵੇਂ ਜੇ ਆਪਾਂ ਇੱਕ ਗੁੱਡ ਐਗਜ਼ਾਮਪਲ ਬਣੀਏ ਜਿਵੇਂ ਤੁਸੀਂ ਦੱਸਿਆ ਸੀਗਾ ਐਰਨੋਲਡ ਟੋਰਬੀ ਨੇ ਕਿਹਾ ਸੀਗਾ ਜੇ ਸਿੱਖ ਰੂਲਸ ਨੂੰ ਅਪਣਾਇਆ ਜਾਵੇ ਤਾਂ ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਰਹੂਗੀ। ਤਾਂ ਜੇ ਇਸੇ ਤਰ੍ਹਾਂ ਜੇ ਤੁਸੀਂ ਜਾ ਕੇ ਓਨੈਸਟਲੀ ਕੰਮ ਕਰੋਗੇ ਇਹ ਸਿੱਖਾਂ ਦੀ ਇੱਕ ਐਗਜ਼ਾਮਪਲ ਹੋਊਗੀ ਵੀ ਇੱਕ ਧਰਮ ਐਸਾ ਹੈ ਜੋ ਦੂਜਿਆਂ ਵਾਸਤੇ ਵੀ ਲੜਦਾ
ਆਪਦੇ ਹੱਕ ਵਾਸਤੇ ਵੀ ਲੜਦਾ ਔਰ ਅਸੀਂ ਪੀਸਫੁਲੀ ਲੜਨਾ ਦੂਸਰੀ ਤਰ੍ਹਾਂ ਲੜਨਾ ਅਸੀਂ ਇੱਕ ਮਿੰਟ ਜੀ ਜੀ ਸਾਡੇ ਨਾਲ ਕਈ ਦਫਾ ਇਹ ਵੀ ਧੋਖਾ ਹੋਇਆ ਬਹੁਤ ਵਾਰੀ ਜਿਵੇਂ ਪਹਿਲਾਂ ਹੋਇਆ ਸੀਗਾ ਜਿਹੜਾ ਸੁਬੇਗ ਸਿੰਘ ਸੀਗਾ ਉਹ ਨਵਾਬੀ ਲੈ ਕੇ ਆਇਆ ਸੀਗਾ ਆਪਣੇ ਸਿੰਘਾਂ ਕੋਲੇ ਉਹ ਕਹਿੰਦੇ ਸਾਨੂੰ ਤੁਹਾਡੀ ਨਵਾਬੀ ਨਹੀਂ ਚਾਹੀਦੀ ਸਾਨੂੰ ਸਾਡਾ ਹੱਕ ਚਾਹੀਦਾ ਜੋ ਅਸੀਂ ਡਿਜ਼ਰਵ ਕਰਦੇ ਹੈਗੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਆਹ ਕਰਾਂਗੇ ਉਹ ਕਹਿੰਦੇ ਨਹੀਂ ਜੇ ਤੁਸੀਂ ਸਾਨੂੰ ਦੇਣੀ ਆ ਸਾਡਾ ਆਪਣਾ ਹੋਣਾ ਚਾਹੀਦਾ ਜਿੱਥੇ ਸਾਡੀ ਆਪਣੀ ਬੋਲੀ ਹੋਵੇ ਆਪਣਾ ਸਾਡਾ ਆਪਣਾ ਧਰਮ ਹੋਵੇ ਸਾਡੀ ਧਰਮ ਦੀ ਰੱਖਿਆ ਹੋਵੇ ਅਸੀਂ ਉਸ ਨੂੰ ਚਲਾ ਸਕੀਏ ਇੱਕ ਹੋਰ ਟਰੈਕ ਹੋਇਆ ਸੀਗਾ ਜਿਹੜਾ ਸੀਗਾ ਅਹਿਮਦ ਸ਼ਾਹ ਅਬਦਾਲੀ ਉਹ ਜਦੋਂ ਹਰ ਵਾਰੀ ਲੁੱਟ ਕੇ ਲੈ ਜਾਂਦਾ ਸੀਗਾ ਮਤਲਬ ਕਿ ਧੀਆਂ ਭੈਣਾਂ ਨੂੰ ਖੋਹ ਕੇ ਜਾਂਦਾ ਸੀਗਾ ਸਮਾਨ ਲੁੱਟ ਕੇ ਜਾਂਦਾ ਸੀ ਸਿੱਖ ਉਹ ਤੋਂ ਖੋਹ ਲੈਂਦੇ ਸੀਗੇ ਉਹਨੇ ਕਿਹਾ ਸੀ ਵੀ ਇਹ ਕਿਹੜੀ ਕੌਮ ਹੈਗੀ ਆ ਉਹ ਕਹਿੰਦਾ ਇਹਨਾਂ ਦਾ ਘਰ ਹੈਗਾ ਘੋੜਿਆਂ ਦੀ ਕਾਠੀ ਤੇ ਆਬੇ ਹਾਥ ਇਹਨਾਂ ਦੀ ਜ਼ਿੰਦਗੀ ਹੈ ਉਦੋਂ ਵੀ ਉਹਨੇ ਅਹਿਮਦ ਸ਼ਾਹ ਅਬਦਾਲੀ ਨੇ ਆਪਦਾ ਵਜ਼ੀਰ ਭੇਜਿਆ ਸੀ ਸਿੱਖਾਂ ਕੋਲੇ ਵੀ ਤੁਸੀਂ ਸਿੱਖਾਂ ਨਾਲ ਸਮਝੌਤਾ ਕਰ ਲਓ ਉਹ ਕਹਿੰਦੇ ਕਿ ਉਹ ਕਹਿੰਦੇ ਜੀ ਸਾਨੂੰ ਬਾਜਰਾ ਦੇ ਦਿਆ ਕਰੋ ਕਣਕ ਦੇ ਦਿਆ ਕਰੋ ਚੌਲ ਦੇ ਦਿਆ ਕਰੋ ਪਰ ਤੁਸੀਂ ਆਪਦਾ ਜੋ ਮਰਜ਼ੀ ਕਰੋ ਸਿੱਖ ਕਹਿੰਦੇ ਨਹੀਂ ਅਸੀਂ ਇਹ ਰਾਜ ਨਹੀਂ ਲੈਣਾ ਜਿੱਥੇ ਸਾਡੀ ਗੁਲਾਮੀ ਹੈ ਅਸੀਂ ਉਸ ਤੋਂ ਬਿਨਾਂ ਹੀ ਚੰਗੇ ਹੈਗੇ ਹੁਣ ਜ਼ਿੰਦਗੀ ਦਾ ਰਸਤਾ ਇਹ ਹੈ ਪੀਸਫੁਲੀ ਚੰਗੇ ਸਿੱਖ ਬਣੋ ਜਾ ਕੇ ਯੂਐਨ 'ਚ ਰਿਪਰੈਜ਼ੈਂਟ ਕਰੋ ਤਾਂ ਕਿ ਤੁਹਾਨੂੰ ਇਹ ਐਗਜ਼ਾਮਪਲ ਹੋਵੇ ਕਿ ਸਿੱਖ ਕੌਮ ਸਿੱਖ ਧਰਮ ਕੋਈ ਐਸੀ ਚੀਜ਼ ਹੈ ਜਿਹੜੀ ਦੁਨੀਆ ਨੂੰ ਕੁਝ ਦੇ ਸਕਦੀ ਹੈ ਮੈਂ ਤੁਹਾਤੋਂ ਇਹ ਆਸ ਰੱਖਦਾ ਇਸ ਕਰਕੇ ਮੈਂ ਅੱਜ ਆਇਆ ਮੈਂ ਇਸੇ ਪੁਆਇੰਟ ਤੇ ਨਾ ਇੱਕ ਸਵਾਲ ਹੋਰ ਮੈਨੂੰ ਦਿਮਾਗ 'ਚ ਹੁੰਦਾ ਕਿ ਮੈਂ ਸਿਮਰਜੀਤ ਕੌਰ ਭੈਣ ਨੂੰ ਪੁੱਛਣਾ ਚਾਹੁੰਦਾ ਕਿ ਇੱਥੇ ਜਿਹੜੇ ਜੰਪਲ ਨੌਜਵਾਨ ਨੇ ਪੜ੍ਹੇ ਲਿਖੇ ਸਿਟੀ ਵਿੱਚ ਕੰਮ ਕਰਦੇ ਆ ਉਹ ਉੱਚੀ ਪੋਸਟਾਂ ਤੇ ਲੱਗੇ ਬੈਰਿਸਟਰ ਲੱਗੇ ਆ ਜਾਂ ਲਾਇਰਸ ਲੱਗੇ ਆ ਉਹਨਾਂ ਨੇ ਇੱਕ ਬੜਾ ਸੋਹਣਾ ਸਵਾਲ ਇਹੀ ਉਠਾਇਆ ਸੀਗਾ ਵੀ ਵਾਈ ਰੌਕ ਦ ਬੋਟ ਨਾ ਮੈਂ ਹੁਣ ਇੱਕ ਸਵਾਲ I'm going to make a statement first it sometimes shames me ਕਿ our Sikhs ਜਿਹੜੇ ਸਿੱਖਾਂ ਦੇ ਨਾਂ ਰੱਖੇ ਆ ਪੱਗਾਂ ਬੰਨੀਆਂ ਜਾਂ ਪੱਗਾਂ ਨਹੀਂ ਵੀ ਹੈ ਤਾਂ ਸਿੱਖ ਨੇ ਫੰਡਾਮੈਂਟਲੀ ਤੁਹਾਡੀ ਜਿਹੜੀ ਅੱਜ ਪੋਜੀਸ਼ਨ ਹੈਗੀ ਕਮਿਊਨਿਟੀ ਵਿੱਚ ਰਿਸਪੈਕਟ ਦੀ ਉਹ ਸਿੱਖ ਪੰਥ ਦੇ 500 ਸਾਲਾਂ ਦੇ ਸਟੈਂਡ ਤੋਂ ਬਣੀ ਹੋਈ ਆ ਅੱਜ ਅਸੀਂ ਭੱਜਣਾ ਚਾਹੁੰਦੇ ਸਾਡੀ ਰਿਸਪੌਂਸਿਬਿਲਿਟੀ ਤੋਂ ਕਿ ਅਸੀਂ ਇਹ ਚੀਜ਼ ਦਾ ਨਹੀਂ ਸਟੈਂਡ ਕਰਨਾ ਅਸੀਂ ਇੱਥੇ ਕੁਐਸਚਨ ਨਹੀਂ ਕਰਨਾ ਅਸੀਂ ਜਿੱਦਾਂ ਗਊ ਬਣ ਕੇ ਰਹਿਣਾ we want to work with the system we want to go with the flow yet this position you've gained is because of the sacrifices of 500 years of work done by our forefathers including not just the World War but all the other British wars the Boer Wars etc I can count so many and then our own history Simarjit what's your opinion on this and how can we justify our passive stand on this issue that we do not want to engage with the system? Well, I think we are making a stand, and I think earlier you said that there's a lot of young British Sikhs say, well, what have you done? When they hear about 84, when they hear about all the human rights problems going on, they say, well, why do you bother? They want to stay indoors there, but that's also, you can't blame them for saying that we don't want to know because we've not reached out to them. We've not reached out, right? Yeah. We've not reached out. We've not had that. The reason why we haven't reached out and we haven't actually managed to educate them, but things are changing. Things are changing. And a part of that reason is obviously now that we've got a Carl channel, a media, and definitely. we can now reach out. And I'm very thankful that we've got this opportunity via Carl channel to propagate our message. Absolutely. Now, because of the media we've got, there is some interest. Yeah. People are now starting. But the most powerful thing was with those letters coming out. Now, I'm finding now, the young British Sikhs want to know. But, they were having problems. Who do they turn to? Who do they ask the question to, right? But as they're seeing more activists coming on TV and talking about the issues, talking about the problems that we have, whether it's in Britain or anywhere else around the world, they can now see, they've started to recognise. And with this National Liberal Party now coming forward, I think this gives them a great platform, and it also gives them, something to aim for. There's an achievement. We're showing them the way. If we can do it even now, that they've got a better chance of improving, coming to the next stage. And I think that's what they're looking for. They're just looking for people, looking for their own community representatives. Who can they look up to?
that's a very And That's a if I very can good- add something on this yeah. point, each Sikh is born as a leader. We've shown leadership through 500 years of history. And today, we want to go with the flow because it's much easier to do that. That's pretty pathetic, if you ask me. And that, I feel ashamed that we've adopted that mentality right now. So I say to the Sikh youth, do not think like goats, because they think you are. Think like leaders. Think like lions. If you want to up the game, you need to be engaging the system. You need to be challenging it. Today, after all the revelations with the letters, Jagdish, I'm going to come to you on this point. You know, a lot of people were critical when the letters came out, and let me give the community a bit of a background on this. When the letters were released, very objectively, they were released from our point of view to the whole congregation, to the whole community. We didn't want to take, we did not want to take ownership that we did this. Unfortunately, at some point, you have to come out and say that we did do it. Why? Because it was going to get messy. We approached the Sikh Council, we gave them, you know, complete leadership on this, and they took great initiative and took it forward, and brought all the communities together, which was our objective when we released it. Okay, this is the Panth's issue, the Panth should decide what to do. Let's bring unity to the community, as KC led, and we've achieved that. And by Guru Maharaj's grace, we have achieved it, despite what some people think, and they turn up to parliamentary meetings, and they condemn what some of the Sikhs are saying. The fact is the Sikhs are not standing on the corner of 10 Downing Street with carrying out a protest or creating civil disobedience. They're using the most effective weapon in this country, the system. We're in dialogue. And when I went to 10 Downing Street in Vaisakhi, even I was condemned personally. Why did you go? But I was there among you people, yeah, my own brothers and sisters, doing the same thing. We were showing our face to the British Parliament, to the Prime Minister. You cannot ignore us. We're here to stay. We will engage with you. You cannot shut the door on us. You have to listen to us. And this National Liberal Party is a challenge to the government that we are coming. And we're coming very strong. And Jagdish, I'm going to come to you on this point. Okay, what is your view that where KC Lad and me and you, we've gone to every meeting in Parliament and we've kept the motion going that, we want to keep, how can I put this, the dialogue going. If you have dialogue, and in history we've proved where we failed to have dialogue, we were sidelined and completely isolated, and decisions were made without us. Partition is a very good example of that. What's your opinion? Well, yes, you've touched on some of the comments made, and without labouring that point further, when the 1984 documents were revealed, we had a mixed bag of responses from within certain Sikh circles. There was a huge bulk of positive feeling amongst 80% Sikhs that this is wonderful, that you've revealed the truth, it's shocking, it should come out, and so forth. And that's commendable that there was a positive reception to that. There was elements of Sikhs, or half-hearted Sikhs, or unspirited Sikhs, if you like, who said things like, if you're going, I had a comment made to me a few weeks ago, both laughable and alarming. If you're going to challenge the British government, then you better get out of Britain. Or that, why are you kicking up 1984 happened 30 years ago? Why are you resurrecting 1984 30 years later? Yeah. So a whole mixture of such comments were made. Now, all we would say in a single sentence, why was Guru Gobind Singh challenging the Mughal Empire? Why was Guru Arjan Dev Ji challenging Jahangir? He could have said to Jahangir, let's make a deal. Mian Mir, he said, I can save you, Guru Arjan Dev Ji. I've got dealings with Jahangir. You don't have to die. You don't have to be killed. I can make a deal. We can reach a compromise. But Guru Arjan Dev Ji said, no, I must die. I must be tortured to death, and I'm going to undergo this as a major step in history and a major lesson to my growing people, the Sikhs. So I must do this as a matter of history, as a matter of urgency. So deals can be made, bargains can be struck, compromises can be made. But then, as Veerji Rajvinder Singh said to me last week, a coward dies 1,000 deaths. Why? A true warrior only dies one death, and a heroic death. Now that's the Sikh Qawm, as you've highlighted, Upkar Singh. Yeah. Somebody said, a British commentator said earlier this last century, the Sikhs are a nation of lions led by a pack of donkeys, right?
a nation of lions led by a pack of donkeys. You and me are the lion hearts, but around us we see these donkeys who try and superimpose decisions on us, who try and be our voice without speaking to us, who try and be our so-called self-styled leaders. This initiative is about grassroots Sikhs coming forward, people from within the community, Avtar Singh, Jagdish Singh, who live, breathe, suffer and struggle within the community, coming out from the grassroots and saying, we are going to speak for our people, for our cause, for our identity. We're not going to give somebody else the mandate or steal that mandate to speak for us. We'll speak for ourselves. We know our issues. We'll talk about the Panj Kakar. We'll talk about 84. We'll talk about Sikh self-determination. We'll do it ourselves. We're well qualified. And this is about the Sikhs taking this crucial opportunity in history, because 22nd of May 2014 is a historic day. We've already made history, because never before in British political history have you had 8 people come together under a united banner of community empowerment, of self-determination, both in the UK and across the globe. This is unprecedented, and that's why mainstream parties are in a bit of a panic about this. Where's this all come from? What's going on here? Why are people paying interest to this? And there's a serious concern, as the media have reported, that 420,000 plus Sikh voters are going to switch their allegiance to this new cause. Now, the Sikhs, as throughout history, not only Sikhs, the whole minorities. The Sikhs throughout history are an unstoppable force. Somebody spoke earlier, my brother Gurpreet Singh talked about the fact that we are a minority. But despite being a minority, we have done phenomenal things throughout history. And we can do something quite phenomenal on the 22nd of May 2014. It's about consciousness, it's about willpower, it's about using your voting power in a powerful, positive way, rather than lazily thinking, election day nahi, koi gal nahi, main nahi jana. Your opportunity is there, and your conscience compels you and pushes you that you must go and vote for the sake of 1984, for the sake of Punjab, and for the sake of the global good. You must go and vote, and you must go and vote and tick National Liberal Party on the 22nd of May 2014. One commentator has earlier said that this opportunity on the 22nd of May is like a Sikh referendum. You've said that you're unsatisfied with the forces around you, the political forces, the political establishment, the government forces. You're unhappy with the 30-year silence, the 30-year apathy that you've been subjected to. Well, you now have a fabulous opportunity on the 22nd of May to send out, in accordance with the system, send out a powerful, 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 united electoral message that this is no more. We're not going to tolerate this anymore. We're going to change our direction, and we're going to speak for ourselves. And we're no longer going to rely on others. We're going to send 2 Gursikhs directly into the European Parliament, and they will speak for us directly. Well done, Jagdish Singh. You must got my blood boiling there. But one very crucial point, I'm going to go to Janelle Singh in a second, is that our youth need to challenge themselves. You are where you are because of the history, as I repeated. But I also say at the same time, how dare you patronize me, me as an individual, when we've been instrumental for the last 4 months to keep the dialogue going, bring all the community together. And Jagdish Singh, you said we are lions led by a pack of donkeys. It's a fact, but that does not include, and I stress this, it does not include all the people who are engaging the political system and the human rights activists, the Jathebandis, because everybody on their own front are doing great work. And I give total credit to the Sikh Federation. They've kept the jyot, the light and the hope alive for 30 years by having the Mujalla in 1984 in June every year. And despite people trying to destabilize that, and it's our naivety that some Naujawan who got passionate to do this, and we couldn't come to a conclusion. We did eventually come to one thing. There is only one Mujalla for 1984, the 30th anniversary on 8th of June. And that credit goes to the Federation for that. But we all have, like Guru Maharaj gave us 5 Shastras. Gurbani, the Shastra we wear, the Kirpan, and then Uddubad,
ਆਪਾਂ ਜੇ ਹੁਣ ਗੱਲ ਆਈਏ ਇੱਕ ਵੋਟ ਵੀ ਤੁਹਾਡਾ ਸ਼ਸਤਰ ਆ ਇਟਸ ਅ ਵੋਟ ਇਟਸ ਅ ਵੈਪਨ ਐਂਡ ਲਰਨ ਟੂ ਯੂਜ਼ ਦੈਟ ਪੋਲੀਟੀਕਲ ਇੰਗੇਜਮੈਂਟ when ਅਕਾਲ ਤਖਤ ਦਰਬਾਰ ਸਾਹਿਬ ਦੇ ਸਾਹਮਣੇ ਸਥਾਪਨਾ ਕੀਤੀ ਆ ਉਹ ਗੁਰੂ ਮਹਾਰਾਜ ਨੇ ਬੜੀ ਸੋਚ ਸਮਝ ਕੇ ਕੀਤੀ ਆ ਕਿ ਸਿੱਖ ਕੌਮ ਜਾਗਤ ਹੋਵੇ ਔਨ ਐਵਰੀ ਫਰੰਟ ਕਿ ਤੁਸੀਂ ਪਾਵਰਫੁਲ ਫੋਰਸ ਬਣਨਾ ਆਪਣੀ ਤੁਸੀਂ ਹੋਂਦ ਬਣਾਉਣੀ ਦੁਨੀਆ ਵਿੱਚ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋ ਸੋ ਪੋਲੀਟੀਕਲੀ ਵੀ ਰਿਲੀਜੀਅਸ ਵੀ ਜਰਨੈਲ ਸਿੰਘ ਤੁਹਾਡਾ ਕੀ ਵਿਚਾਰ ਹੈ ਤੇ ਤੁਸੀਂ ਸਾਂਝ ਕਰੋ ਥੋੜੀ ਜੀ ਵਿਚਾਰ ਡਿਫਰੈਂਟ ਹੈ ਜੀ ਭਾਵੇਂ ਮੈਜੋਰਟੀ ਹੋਵੇ ਭਾਵੇਂ ਮਾਈਨੋਰਟੀ ਹੋਵੇ ਜਿੱਥੇ ਸੱਚਾਈ ਆ ਉੱਥੇ ਸਿੱਖ ਹੈ ਜੀ ਜੇ ਸੱਚਾਈ ਨੂੰ ਕਵਰ ਕਰਕੇ ਮੈਜੋਰਟੀ ਆਪ ਦਾ ਪਾਵਰ ਕਰਦੀ ਹੈ ਜੀ ਉਹ ਸਿੱਖੀ ਦੇ ਉਲਟ ਹੈ ਜਿੱਥੇ ਸੱਚਾਈ ਨਹੀਂ ਹੈ ਉੱਥੇ ਸਿੱਖੀ ਨਹੀਂ ਹੈ ਜਿਹੜਾ ਤੁਸੀਂ ਕਹਿੰਦੇ ਹੈਗੇ ਆ ਉਹ 'ਚ ਦੇਖੋ ਸੱਚਾਈ ਕਿੱਥੇ ਕੁ ਹੈ ਜੀ ਕੀ ਹੈ ਮੈਜੋਰਟੀ ਉਹਨੂੰ ਕਵਰ ਕਰ ਰਹੀ ਹੈ ਕਿ ਸੱਚਾਈ ਹੈ ਉਹਦੇ 'ਚ ਆਪਣੀ ਆਤਮਾ ਨਾਲ ਘੋਖ ਕੇ ਦੇਖੋ ਜੇ ਤੁਸੀਂ ਸਿੱਖ ਆ ਤੇ ਸੱਚਾਈ ਨਾਲ ਜੁੜੋ ਜੀ ਜੇ ਤੁਸੀਂ ਪੋਲੀਟੀਸ਼ੀਅਨ ਆ ਤਾਂ ਭਾਵੇਂ ਕਿਤੇ ਨਾ ਮਰਜ਼ੀ ਤੁਰੇ ਫਿਰੋ ਤੁਹਾਡਾ ਕੋਈ ਵੈਲਿਊ ਨਹੀਂ ਜੋ ਤੁਸੀਂ ਕਹਿ ਰਹੇ ਹੈਗੇ ਆ ਤੁਸੀਂ ਆਪਦੀ ਮਰਜ਼ੀ ਨਾਲ ਕਰ ਰਹੇ ਆ ਉਹ ਸੱਚਾਈ ਤੋਂ ਦੂਰ ਹੈ ਤੁਹਾਡਾ ਕਹਿਣ ਦਾ ਭਾਵ ਵੀ ਆਪਦੀ ਜ਼ਮੀਨ ਨੂੰ ਪੁੱਛੋ ਤੁਸੀਂ ਖੜੇ ਕਿੱਥੇ ਆ ਕਿਵੇਂ ਤੋਂ ਪੁੱਛੋ ਕਿੱਥੇ ਆ ਇਹੀ ਆਪਣੀ ਕਮਜ਼ੋਰੀ ਰਹੀ ਆ ਜੋ ਸਿੱਖ ਧਰਮ ਹੈ ਉਹ ਸਭ ਤੋਂ ਉੱਤਮ ਹੈਗਾ ਜੀ ਜੇ ਤੁਸੀਂ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਸੱਚਾਈ 'ਚ ਆਪਾਂ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ ਜੀ ਮਤੇ 'ਚ ਕੋਈ ਨੁਕਸ ਨਹੀਂ ਕਿਸੇ ਧਰਮ ਦੇ ਕਿਸੇ ਇਨਸਾਨ ਦੇ ਕਿਸੇ ਮਜ਼ਹਬ ਦੇ ਕਿਸੇ ਇਨਸਾਨ ਦੇ ਉਲਟ ਸੀ ਪਰ ਮੈਜੋਰਟੀ ਨੇ ਉਹਨੂੰ ਹੋਰ ਪਾਸੇ ਲਾ ਕੇ ਇਹ ਹੋਰ ਬਣਾ ਕੇ ਉਹਦਾ ਕਿੰਨਾ ਬੁਰਾ ਨਜ਼ਰ ਮਰਦਾ ਤੁਸੀਂ ਆਪਣੀ ਸੱਚਾਈ ਦੀ ਹੱਕ ਵੀ ਨਹੀਂ ਮੰਗ ਸਕਦੇ ਕਿਉਂਕਿ ਜਿਹੜੀ ਤੁਹਾਡੀ ਝੂਠੀ ਮੈਜੋਰਟੀ ਆ ਉਹ ਤੁਹਾਡੇ ਉੱਤੇ ਬੈਠੀ ਆ ਉਸ ਨੂੰ ਤੁਹਾਨੂੰ ਪਹਿਲਾਂ ਸਮਝਾਉਣਾ ਪਊ ਭਾਈ ਸਾਹਿਬ ਸਿੱਖ ਤਾਂ ਬਣ ਜਾਓ ਸੱਚ ਤਾਂ ਬੋਲੋ ਬਸ ਫੇਰ ਤਾਂ ਤੁਸੀਂ ਅਸੀਂ ਤੁਹਾਡੇ ਨਾਲ ਹੈਗੇ ਆ ਜੇ ਤੁਸੀਂ ਸੱਚ ਨਹੀਂ ਬੋਲ ਸਕਦੇ ਆਪਣੀ ਆਤਮਾ ਤੋਂ ਪੁੱਛੋ ਬੈਠ ਕੇ ਕਿ ਤੁਸੀਂ ਸੱਚ ਬੋਲ ਰਹੇ ਆ ਦੂਸਰੀ ਗੱਲ ਜਿਹੜਾ ਆਪਣਾ ਹੈਗਾ ਸਿੱਖ ਹੈ ਆਪਾਂ ਕਿਤੇ ਪੂਰੀ ਤਰ੍ਹਾਂ ਸਿੱਖੀ ਨੂੰ ਗੁਰਦੁਆਰਿਆਂ ਦੇ ਅੰਦਰ ਹੀ ਰੱਖਿਆ ਬਾਹਰ ਨਿਕਲ ਕੇ ਪ੍ਰਚਾਰ ਨਹੀਂ ਕੀਤਾ ਗਏ ਲੰਗਰ ਛਾ ਕੇ ਮੁੜ ਆਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੈਟਸ ਆਲ ਉਸ ਤੋਂ ਉੱਪਰ ਕੁਛ ਨਹੀਂ ਹੈ ਮੈਂ ਚਾਹੁੰਦਾ ਜੇ ਤੁਸੀਂ ਮੈਂ ਤੁਹਾਡੇ ਅੱਜ ਇਸ ਕਰਕੇ ਆਇਆ ਜੇ ਤੁਸੀਂ ਸਿੱਖ ਭਰਾ ਸੱਚਾਈ ਦੇ ਪੱਥ ਤੇ ਚੱਲੋਗੇ ਤੁਹਾਡੇ ਨਾਲ ਚੱਲਾਂਗੇ ਤੁਸੀਂ ਉਸ ਕੌਮ ਨੂੰ ਬਿਲੋਂਗ ਕਰਦੇ ਹੈ ਜਿਹੜਾ ਕਹਿੰਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਸਰਬੱਤ ਦਾ ਭਲਾ ਮੰਨਣ ਵਾਲਾ ਮਿਨੋਰਟੀ ਨੂੰ ਕਿਉਂ ਮਤਲਬ ਕਰਦਾ ਹੈ ਜੀ ਠੀਕ ਆ ਆਪਣੇ ਨਾਲ ਜਸਟਿਸ ਹੋਇਆ ਉਹੀ ਅਨਜਸਟਿਸ ਤੁਸੀਂ ਕਰੀ ਜਾਂਦੇ ਆ ਜੀ ਤੁਹਾਡਾ ਕਹਿਣ ਦਾ ਭਾਵ ਹੈ ਵੀ ਸਿੱਖ ਆਪਣੀ ਕੌਮ ਤੇ ਆਪ ਹੀ ਇਨਜਸਟਿਸ ਕਰੀ ਜਾ ਰਹੇ ਬਿਲਕੁਲ ਉਹ ਤਾਂ ਕਹਿੰਦੇ ਹੈਗੇ ਸਿੱਖ ਕਦੇ ਨਹੀਂ ਮਰਦਾ ਜੇ ਸਿੱਖ ਨੂੰ ਨਾ ਮਾਰੇ ਜੀ Sikh, we take the microphone Jagdish Singh sorry No, he's all right. oh sorry we call ourselves Sikhs and Singhs. We call ourselves Sikhs and Singhs. To call yourself a Sikh and a Singh or Khalsa is a highly ethical, highly prestigious, highly supremely responsible a claim to make. yeah Now, willy-nilly, every Sikhya, Memi Sikhya, Obi Sikhya. This is an injustice to Sikhi, to Sikh civilization, to the Gurus. You don't have to be Sikh. There's no compulsion to be Sikh. And nobody's forcing you to be Sikh. But if you choose to become part of that great history, that great civilization, then with that comes responsibility. yeah With that becomes love for those values. Jeo prem kalan ka chao. If you've got that prem for those values, equality, goodness, kindness, justice, ये थोड़े को असली वो प्रेम या ਜਿਹੜੀ ਚੀਜ਼ ਲਈ ਅਸੀਂ ਪ੍ਰੇਮ ਕਰਦੇ ਆ ਮੈਂ ਪ੍ਰੇਮ ਕਰਦਾ ਗੁਰਪ੍ਰੀਤ ਸਿੰਘ ਨਾਲ ਇਹਦੀ ਜਾਨ ਲਈ ਮੈਂ ਮਰਨ ਲਈ ਤਿਆਰ ਆ ਇਹਦੀ ਰੱਖਿਆ ਲਈ ਮੈਂ ਮਰਨ ਲਈ ਤਿਆਰ ਆ ਮੈਂ ਆਪਣੇ ਬੱਚਿਆਂ ਨਾਲ ਪ੍ਰੇਮ ਕਰਦਾ ਮੈਂ ਆਪਣੇ ਬੱਚਿਆਂ ਲਈ ਮਰਨ ਲਈ ਤਿਆਰ ਮੈਂ ਆਪਣੀ ਵਾਈਫ ਨੂੰ ਪ੍ਰੇਮ ਕਰਦਾ ਮੁੱਲੇ ਉਹਦੀ ਰੱਖਿਆ ਲਈ ਮੈਂ ਮਰਨ ਲਈ ਤਿਆਰ ਆ if you've got prem for Sikhi you'll fight for Sikhi because you love the values of Sikhi. You want to bring them into practice, and so forth. And Sikhi, if you want to be a true Sikh, then you need to recognise that. Okay. Don't make an injustice to that. because we're coming towards the end of the program
Let's just take very couple of short. Gurpreet Singh, Malki Singh, do you want to share? Yeah, I just want to quickly share one thing. ਜਿਹੜੀ excuse me, documents ਤੇ ਗੱਲ ਚੱਲੀ ਸੀਗੀ ਹਾਂਜੀ। ਕਿ ਜਿਹੜੇ ਬਾਹਰ ਕੱਢੇ ਆ, ਸ਼ਾਇਦ ਸਿੱਖ ਕੌਮ ਉਹਨਾਂ ਨੂੰ ਇੰਨੀ ਸੀਰੀਅਸਲੀ ਨਹੀਂ ਲੈ ਰਹੀ ਇਸ ਵੇਲੇ, ਲੈ ਵੀ ਰਹੇ ਆ, ਕਈ ਨਹੀਂ ਲੈ ਰਹੇ, ਪਰ ਉਹ ਇੱਕ ਇਦਾਂ ਦਾ ਡਾਕੂਮੈਂਟ ਸੀ, ਇਦਾਂ ਦਾ ਧਮਾਕਾ ਹੋਇਆ ਕੁਦਰਤੀ ਤੌਰ ਤੇ, ਜਿਹਦੇ ਵਿੱਚ 30 ਸਾਲ ਦਾ ਜਿਹੜਾ ਝੂਠ ਦੇ ਉੱਤੇ ਪਰਦਾ ਪਿਆ ਹੋਇਆ ਸੀ ਉਹ ਨੰਗਾ ਹੋ ਗਿਆ। ਇਟਸ ਅ ਬਿਗ ਅਚੀਵਮੈਂਟ। ਉਹ ਕਿੱਦਾਂ? ਕਿਉਂਕਿ ਜਿਹੜੇ ਜਰਨਲ ਬਰਾੜ ਦੀ ਬੁੱਕ ਲਿਖੀ ਆ ਕਿ ਮੈਨੂੰ 24 ਘੰਟੇ ਪਹਿਲਾਂ ਇਨਸਟਰਕਸ਼ਨ ਹੋਈਆਂ, ਉਹ ਨੰਗਾ ਹੋ ਗਿਆ। ਜਿੰਨੀ ਕਾਂਗਰਸ ਪਾਰਟੀ, ਕਈ ਸਿੱਖ ਕਹਿ ਰਹੇ ਸੀ, ਈਵਨ ਦ ਪ੍ਰੈਜ਼ੀਡੈਂਟ ਆਫ ਇੰਡੀਆ, ਕਿ ਸਾਨੂੰ ਪਤਾ ਨਹੀਂ ਸੀ। ਸੁਬਰਾਮਨੀਅਮ ਸਵਾਮੀ ਦੀ ਇੰਟਰਵਿਊ ਪੜ੍ਹੋ, ਕਹਿੰਦਾ ਗਿਆਨੀ ਜੈਲ ਸਿੰਘ ਮੈਨੂੰ 6 ਮਹੀਨੇ ਪਹਿਲਾਂ ਕਹਿ ਰਿਹਾ ਸੀ ਕਿ ਇੰਦਰਾ ਗਾਂਧੀ ਨੂੰ ਸਮਝਾਓ ਇਹ ਗੱਲ ਨਾ ਕਰੇ। ਇੰਦਰਾ ਗਾਂਧੀ ਇੱਥੇ ਆਈ ਆ, ਪੂਰੇ ਸਿਸਟਮ ਨੂੰ ਉਹ ਇੱਕ ਪੀਸ ਆਫ ਪੇਪਰ ਨੇ ਹਿਲਾ ਕੇ ਰੱਖ ਦਿੱਤਾ। ਸਾਰਿਆਂ ਦੇ ਮੂੰਹ ਤੇ ਜਿੰਨੇ ਝੂਠ ਬੋਲਦੇ ਸੀ ਜੋ ਮਰਜੀ, ਪਰ ਮੈਨੂੰ ਇੱਕ ਅਫਸੋਸ ਆ ਕਿ ਅਸੀਂ ਉਸ ਐਬਿਲਿਟੀ ਦੀ ਹਜੇ ਗੱਲ ਨਹੀਂ ਕਰ ਸਕਦੇ ਜਿੱਥੇ ਅਸੀਂ ਇਸ ਵੇਲੇ ਇੰਡੀਆ ਦੇ ਸਿਸਟਮ ਨੂੰ ਚੈਲੰਜ ਕਰ ਸਕੀਏ, ਜਿੱਥੇ ਅਸੀਂ ਦੁਨੀਆ ਦੇ ਸਿਸਟਮ ਨੂੰ ਚੈਲੰਜ ਕਰ ਸਕੀਏ। ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਮਰਜੀ ਬੰਦਾ 1984 ਤੋਂ ਕਹਿੰਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਜਾਂ ਪੰਜਾਬ ਦੀ ਮੂਵਮੈਂਟ ਬਾਰੇ ਲਾਈਵ ਡਿਬੇਟ ਕਰਨੀ ਚਾਹੁੰਦਾ, ਉਹ ਸਾਡੇ ਨਾਲ ਬਹਿ ਕੇ ਡਿਬੇਟ ਕਰ ਲਵੇ, ਅਸੀਂ ਹੋਰ ਡਾਕੂਮੈਂਟ ਪੇਸ਼ ਕਰ ਦੇਵਾਂਗੇ। ਇਹ ਸਭ ਤੋਂ ਵੱਡੀ ਅਚੀਵਮੈਂਟ ਜਿਹੜੀ ਹੋਈ ਆ, ਇਹ ਸੱਚੇ ਪਾਤਸ਼ਾਹ ਨੇ ਜਿਹਨਾਂ ਤੋਂ ਸੇਵਾ ਲੈਣੀ ਉਹਨਾਂ ਤੋਂ ਹੀ ਲੈਣੀ ਆ, ਪਰ ਸਿੱਖ ਕੌਮ ਦੇ ਉੱਤੇ ਜਿਹੜੇ ਕਾਲੇ ਧੱਬੇ ਲੱਗ ਗਏ ਸੀਗੇ ਉਹ ਸਾਰੇ ਚਿੱਟੇ ਹੋ ਕੇ ਤੇ ਨਿਖਰ ਕੇ ਨਿਕਲੇ ਆ। ਇਹ ਮੈਂ ਡਾਕੂਮੈਂਟਸ ਬਾਰੇ ਜਿਹੜੀ ਗੱਲ ਉਹਨਾਂ ਦੀ ਇੰਪੋਰਟੈਂਸ ਦੱਸ ਰਿਹਾ। ਤੇ ਬਾਕੀ ਸਰਦਾਰ ਮਲਕੀਤ ਸਿੰਘ ਹੁਣੀ ਕੁਝ ਕਹਿ ਰਹੇ ਸੀ, ਕੁਝ ਸਾਂਝ ਕਰਨੀ ਚਾਹੁੰਦੇ ਆ ਜੀ। ਉਹ ਜਿਹੜੀ ਆ ਗੱਲ ਪਹਿਲਾਂ ਆਪਣੇ ਤੁਸੀਂ ਛੇੜੀ ਸੀਗੀ ਵੀ ਆਪਣਾ ਯੂਥ ਜਿਹੜਾ ਉਹ ਸਵਾਲ ਕਰ ਰਹੇ ਆ ਵੀ ਕਿਉਂ ਤੁਸੀਂ ਰੌਕਿੰਗ ਦ ਵਰਲਡ। ਸਾਡੇ ਵੀ ਬੱਚੇ ਇਦਾਂ ਕਹਿੰਦੇ ਵੀ ਆਪਣੇ ਸਿੱਖਾਂ ਦਾ ਕੀ ਸੇਮ ਓਲਡ ਸਟੋਰੀ, ਰੌਲਾ ਰੂਲਾ ਪਾ ਕੇ ਤੇ ਇਹ 2 ਦਿਨ ਬਾਅਦ ਚੁੱਪ ਕਰ ਜਾਂਦੇ ਆ ਤੇ ਕੀ ਫਾਇਦਾ, ਗੁਰੂ ਘਰਾਂ 'ਚ ਵੀ ਘੱਟ ਜਾਂਦੇ ਆ। ਮੇਰੀ ਉਹਨਾਂ ਬੱਚਿਆਂ ਨੂੰ ਇਹ ਸਲਾਹ ਆ ਵੀ ਹੁਣ ਤੁਹਾਡੇ ਕੋਲ ਓਪਰਚੁਨਿਟੀ ਆਈ ਆ, ਇਹ ਸਾਡੇ ਇਹ ਜਵਾਨ ਜਿਹੜੇ ਅੱਗੇ ਲੱਗੇ ਨੇ MEP ਲਈ ਇਲੈਕਸ਼ਨ ਲੜਨ ਲੱਗੇ ਨੇ। ਜਗਦੀਸ਼ ਸਿੰਘ ਨੂੰ ਮੈਂ ਬੜੇ ਚਿਰਾਂ ਤੋਂ ਜਾਣਦਾ, ਇਸਨੇ ਆਪਣੀ ਜ਼ਿੰਦਗੀ ਇਸ ਬੰਨੇ ਲਾਤੀ ਆ। ਮੇਰੀ ਫਿਰ ਇਹੋ ਹੀ ਇਹ ਬਾਲੀਵੁੱਡ ਮੂਵੀ ਨਹੀਂ ਆ ਵੀ ਜਿਹੜੀ ਤੁਹਾਨੂੰ ਲੱਗਦਾ ਸਭ ਕੁਝ ਹੰਕੀ ਡੋਰੀ ਆ। ਬਿਹਾਈਂਡ ਦਾ ਸੀਨ ਜੋ ਕੁਝ ਹੋ ਰਿਹਾ ਉੱਥੋਂ ਤੁਹਾਡੇ ਨਾਲ ਜਿਹੜੀ ਬੇਇਨਸਾਫੀ ਹੋ ਰਹੀ ਹੈ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਜਦੋਂ ਉਹਦੇ ਲਈ ਅਸੀਂ ਕਿਸੇ ਦਾ ਕੁਝ ਵਿਗਾੜਨ ਲਈ ਤਿਆਰ ਨਹੀਂ, ਅਸੀਂ ਤੇ ਆਪਣੇ ਹੱਕ ਮੰਗਦੇ ਹਾਂ। ਓਨਲੀ ਆਵਰ ਰਾਈਟ, ਦੈਟਸ ਆਲ ਵੀ ਆਸਕ ਫੋਰ, ਨਥਿੰਗ ਲੈਸ, ਨਥਿੰਗ ਮੋਰ। ਸੋ ਵੀ ਆਰ ਨਾਟ ਅਟੈਕਿੰਗ ਐਨੀਬੋਡੀ, ਆਲ ਵੀ ਵਾਂਟ ਇਜ਼ ਹਿਊਮਨ ਰਾਈਟ ਅਬਿਊਜ਼ ਜਿਹੜਾ ਉਹਨੂੰ ਖਤਮ ਕੀਤਾ ਜਾਵੇ ਤੇ ਜਿਹੜੇ ਆ ਸਾਡੇ ਹੱਕ ਆ ਉਹ ਸਾਨੂੰ ਦਿੱਤੇ ਜਾਣ। ਇਸ ਸਟੈਂਡ ਦਾ ਕਰਕੇ ਇਹ ਸਾਡੇ ਵੀਰ ਅੱਗੇ ਆਏ ਨੇ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਆਪਣੇ ਹੋਮਮ ਆ ਕੇ 22 ਮਈ ਨੂੰ ਇਹਨਾਂ ਦੀ ਮਦਦ ਕੀਤੀ ਜਾਵੇ। ਜੇ ਮੈਂ ਹੁਣ ਗੱਲ ਸਮਾਪਤੀ ਤੇ ਲਿਆਵਾਂ ਥੋੜੀ ਜੀ, ਇੱਕ ਸਿੱਖ ਕੌਮ ਵਾਸਤੇ ਇੱਕ ਡਾਇਰੈਕਟ, ਸਪੈਸ਼ਲੀ ਜਿਹੜੇ ਨੌਜਵਾਨ ਸਾਡੇ ਬੇਸੀ ਗਊ ਬਣ ਕੇ ਜੋਣਾ ਤੇ ਜਿੰਨਾ ਮਰਜ਼ੀ ਜੋੜੋ। 30 ਸਾਲ ਵਾਸਤੇ ਅਸੀਂ ਦਰਵਾਜ਼ੇ ਖੜਕਾਉਂਦੇ ਰਹੇ ਹਾਂ। We didn't get no justice and we're not going to get justice at the moment. The way things stand is the status quo. Unless you as a Sikh understand the responsibility, and starting from the gurus, out of the 10 gurus, 6 gurus gave their lives, sacrificed their lives for the rights of other people on that one single principle of Sanjeev Alta, the Sarbadda Pala. We brought this team of 8 candidates together among 25-30 who are standing shoulder to shoulder for different communities. This has never happened in the history of any country. It's the first. It's a revolution in its own right. You can be a part of that revolution. On May 22nd, get off your backsides, make the effort, pass the word on social media to everybody that you need to raise your voice and today is your chance. These things aren't going to happen every time, every year, and every election. They're happening now. And me, Jagdish Singh, and the other 6 candidates, well, we're going to be here again, and we'll be back again and again. And just to make it very clear, today 2 letters, and then the government comes out with 2 more. God knows how many more you're going to see. We know because we've got the ammunition. We're already prepared to bring you more documents and dossiers. We've done investigation. Great research has gone into this. We are talking with substantiated evidence.
not just hot air. You need to be prepared to take on this revolution, and this is like a tsunami coming. Your vote is your voice in the European Parliament. Waheguru Ji Ka Khalsa, Waheguru Ji Ki Fateh.